ਮਾਫੀਆ ਦੇ ਵਿੱਚ ਇੱਕ ਮਾਫੀਆ ਦਾ ਨਾਮ ਹੈ ਸ਼ਰਾਬ ਮਾਫੀਆ। 70 ਕਰੋੜ ਦਾ ਜੀ ਇਕੱਲੇ ਬਠਿੰਡੇ ਦੇ ਵਿੱਚ ਘੁਟਾਲਾ ਹੋਇਆ। ਕਰਪਸ਼ਨ ਦਾ ਕਾਇਦਾ ਪੜਾਉਣ ਵਾਲੇ ਜਿਹੜੇ ਹੁੰਦੇ ਆ ਉਹ ਅਫਸਰ ਹੁੰਦੇ ਆ। ਆਪਣੇ ਜਿਹੜੇ ਮੰਤਰੀ ਸੰਤਰੀ ਬਣ ਚੁੱਕੇ ਆ, ਪੈਸੇ ਨੇ ਇਹਨਾਂ ਨੂੰ ਅੰਨਾ ਕਰਤਾ। ਜੇ ਤੁਸੀਂ ਕੋਈ ਵੀ ਟੈਂਡਰ ਲੈਣਾ, ਕੋਈ ਵੀ ਕੰਮ ਕਰਨਾ, 10 ਤੋਂ 12% ਅਫਸਰਾਂ ਦਾ ਹਿੱਸਾ। ਬਠਿੰਡੇ ਦਾ ਮਾਲਕ ਹੈ ਉਹ ਜਸਵਿੰਦਰ ਸਿੰਘ ਜੁਗਨੂ ਸ਼ਰਾਬ ਮਾਫੀਆ, ਬਹੁਤ ਮਸ਼ਹੂਰ। ਪੂਰੇ ਪੰਜਾਬ ਦੇ ਵਿੱਚ ਜੁਗਨੂ ਐਂਡ ਪਾਰਟੀ ਨੇ 150 ਤੋਂ 200 ਕਰੋੜ ਦੀ ਠੱਗੀ ਮਾਰੀ ਇੱਕ ਸਾਲ 'ਚ। ਕੀ ਇਹਨਾਂ ਨੇ ਖੇਡ ਬਣਾ ਕੇ ਰੱਖਤਾ ਜੀ ਕਾਨੂੰਨਾਂ ਨੂੰ। ਚੋਣ ਕਮਿਸ਼ਨ ਨੇ ਪਰਚਾ ਦਰਜ ਕਰਾਇਆ, 10,500 ਪੇਟੀ ਸ਼ਰਾਬ ਦੀ ਫੜੀ ਗਈ, ਜਿਸ ਦੇ ਵਿੱਚੋਂ ਝਾਰਖੰਡ ਦੀ ਸ਼ਰਾਬ ਫੜੀ ਗਈ, ਜਿਹਦੇ ਵਿੱਚੋਂ ਹਰਿਆਣੇ ਦੀ ਸ਼ਰਾਬ ਫੜੀ ਗਈ। ਨਾਲ ਪੁਲਿਸ ਨੇ 420 ਦਾ ਪਰਚਾ ਦਿੱਤਾ। ਸਰਕਾਰ ਆਈ ਤੇ ਪਰਚਾ ਰੱਦ। ਪਰ ਕਾਂਗਰਸ ਸਰਕਾਰ ਇੱਥੇ ਚੁੱਪ ਬੈਠ ਗਈ। ਚੁੱਪ ਕਿਉਂ ਬੈਠ ਗਈ? ਪੰਜਾਬ ਦੇ ਵਜ਼ੀਰ ਦਾ ਰਾਈਟ ਹੈਂਡ ਹੈ। ਇੱਕ ਨਸ਼ਾ ਤਸਕਰ ਪੇਸ਼ ਹੁੰਦਾ, 102 ਕਿਲੋ ਗਾਂਜਾ ਵੇਚ ਕੇ ਕਹਿੰਦਾ ਇੰਸਪੈਕਟਰ ਰਵਿੰਦਰ ਸਿੰਘ ਭੀਟੀ ਨੇ ਨਸ਼ਾ ਬਕਵਾਇਆ। ਉਹ ਉੱਪਰਲੇ ਅਫਸਰ ਪਤਾ ਨਹੀਂ ਕਿਹੋ ਜਿਹੇ ਨਲਾਇਕ ਬੈਠੇ ਆ। ਉਹ ਉੱਪਰਲਾ ਅਫਸਰ ਜਿਹਦੇ ਖਿਲਾਫ ਇਨਕੁਆਇਰੀ ਹੁੰਦੀ ਹੈ ਉਸੇ ਕੋਲ ਇਨਕੁਆਇਰੀ ਭੇਜ ਦਿੰਦਾ ਵੀ ਆਪਦੀ ਇਨਕੁਆਇਰੀ ਆਪ ਕਰ ਲੈ। ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ, ਇਹ ਉਹ ਇੰਸਪੈਕਟਰ ਰਵਿੰਦਰ ਸਿੰਘ ਭੀਟੀ ਹੈ ਜਿਹੜਾ 9 ਸਾਲਾਂ ਵਿੱਚ ਸਿਪਾਹੀ ਤੋਂ ਇੰਸਪੈਕਟਰ ਬਣਿਆ। ਅਫਸਰ ਇੰਨੇ ਬੇਲਗਾਮ ਹੈ ਕਿ ਇਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਹੈ। ਅਫਸਰ ਜਿਹੜੇ ਨੇ ਲੀਡਰਾਂ ਦੀ ਵਿਗੜੀ ਹੋਈ ਔਲਾਦ ਨੇ। ਅਫਸਰ ਨੂੰ ਆਦੀ ਵਧੀਆ ਪੋਸਟਿੰਗ ਨਾਲ ਮਤਲਬ ਹੈ, ਅਫਸਰ ਨੂੰ ਮਲਾਈਦਾਰ ਮਹਿਕਮੇ ਨਾਲ ਮਤਲਬ ਹੈ। ਅਫਸਰ ਨੂੰ ਤਾਂ ਕੋਈ ਮਤਲਬ ਨਹੀਂ ਸਰਕਾਰ ਕੀ ਕਰਾਉਂਦੀ ਹੈ ਕੀ ਨਹੀਂ ਕਰਾਉਂਦੀ। ਪੰਜਾਬ ਬਣਿਆ ਖਾਲਿਸਤਾਨ, ਬਠਿੰਡਾ ਬਣਿਆ ਤਾਲੀਬਾਨ। ਮੈਂ ਡੀਜੀਪੀ ਪੰਜਾਬ, ਚੀਫ ਸੈਕਟਰੀ ਪੰਜਾਬ, ਸੀਐਮ ਪੰਜਾਬ ਨੂੰ 3 ਤੋਂ 5 ਲੈਟਰਾਂ ਲਿਖ ਚੁੱਕਿਆ ਕਿ ਬਠਿੰਡੇ ਦੇ ਵਿੱਚ ਹਿੰਦੁਸਤਾਨ ਦਾ ਸੰਵਿਧਾਨ ਲਾਗੂ ਕੀਤਾ ਜਾਵੇ। ਸ਼ਰਾਬ ਮਾਫੀਆ ਨੇ ਪਿਛਲੇ ਸਮੇਂ ਦੌਰਾਨ ਕਿੰਨਾ ਘਪਲਾ ਕੀਤਾ ਹੈ, ਇਸ ਵਿਸ਼ੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਐਡਵੋਕੇਟ ਸੰਦੀਪ ਪਾਠਕ, ਜੋ ਕਿ ਆਰਟੀਆਈ ਐਕਟਿਵਿਸਟ ਵੀ ਨੇ, ਜੋ ਕਿ ਸਮੇਂ-ਸਮੇਂ ਤੇ ਘੁਟਾਲੇ ਕੱਢਦੇ ਨੇ, ਸਰਕਾਰਾਂ ਦੁਆਰਾ ਕੀਤੇ ਆ ਜਿਹੜੇ ਘੁਟਾਲੇ ਆ ਉਹ ਬਾਹਰ ਨਸ਼ਰ ਕਰਦੇ ਨੇ, ਲੋਕਾਂ ਦੇ ਵਿੱਚ ਗੱਲਬਾਤ ਕਰਦੇ ਆ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਲੋਕ ਆਵਾਜ਼ ਟੀਵੀ ਤੇ ਤੁਹਾਡੇ ਸਰੋਤਿਆਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਜੋ ਮੈਂ ਆਰਟੀਆਈ ਦੇ ਥਰੂ ਲੋਕਾਂ ਮੂਹਰੇ ਘਪਲੇ ਲਿਆਉਣ ਦੀ ਕੋਸ਼ਿਸ਼ ਕਰਦਾ ਉਹਦੇ ਵਿੱਚ ਮੇਰਾ ਸਾਥ ਦੇ ਰਹੇ ਹੋ। ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਬਾਈ ਪਹਿਲਾ ਸਵਾਲ, ਜਿਹੜਾ ਸ਼ਰਾਬ ਮਾਫੀਆ ਜਿਹਦੀ ਲੁੱਟ ਦੀ ਗੱਲ ਕਰਨੀ ਹੋਵੇ, ਕਿਸ ਤਰੀਕੇ ਨਾਲ ਲੁੱਟ ਕਰਦਾ ਤੇ ਕਿੰਨੀ ਲੁੱਟ ਕਰ ਚੁੱਕਿਆ? ਮਨਿੰਦਰ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਜਿਹੜਾ ਘੁਟਾਲਾ ਸ਼ਬਦ ਹੈ, ਹਾਂਜੀ, ਜਿਹੜਾ ਆਪਾਂ ਕਹਿ ਦਿੰਦੇ ਹਾਂ ਮਾਫੀਆ, ਬਿਲਕੁਲ। ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ ਕਿ ਇਹ ਜਿਹੜੇ ਮਾਫੀਆ ਨੇ, ਚਾਹੇ ਜਿਹੜੇ ਘੁਟਾਲੇ ਹੁੰਦੇ ਨੇ, ਹਾਂਜੀ, ਚਾਹੇ ਉਹ ਸ਼ਰਾਬ ਮਾਫੀਆ ਵੱਲੋਂ ਹੋ ਰਿਹਾ, ਚਾਹੇ ਉਹ ਰੇਤ ਮਾਫੀਆ ਵੱਲੋਂ ਹੋ ਰਿਹਾ, ਮੈਨੂੰ ਇਹ ਲੱਗਦਾ ਵੀ ਸਾਰੇ ਇਹਦੇ ਵਿੱਚ ਚਾਹੇ ਕੋਈ ਲੀਡਰ ਨੇ ਤੇ ਚਾਹੇ ਬਿਜ਼ਨਸਮੈਨ ਨੇ, ਹਾਂਜੀ, ਇਹ ਤਾਂ ਉਹ ਕਹਿ ਰਹੇ ਵੀ ਕੱਚੀ ਕਲਾਸ ਦੇ ਸਟੂਡੈਂਟ ਨੇ। ਠੀਕ ਹੈ। ਜਿਹੜੀ ਇਹਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਉਂਦਾ, ਉਹ ਨਿਭਾਉਂਦਾ ਹਿੰਦੁਸਤਾਨ ਦਾ ਅਫਸਰਸ਼ਾਹੀ ਹੈ, ਜਿਹੜੀ ਪੱਕੀ ਸਰਕਾਰ ਜਿਹਨੂੰ ਕਹਿੰਦੇ ਨੇ। ਪੱਕੀ ਸਰਕਾਰ, ਪੱਕੀਆਂ ਜਮਾਤਾਂ ਦੇ ਜਿਹੜੇ ਮਤਲਬ ਸਟੂਡੈਂਟ ਨੇ, ਵਿਦਿਆਰਥੀ ਨੇ, ਉਹ ਇਹਦੇ ਵਿੱਚ ਨੇ ਅਫਸਰ ਪੰਜਾਬ ਦੇ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦਾ। ਹਾਂਜੀ। ਮੈਂ ਨਹੀਂ ਮੰਨਦਾ ਕਿ ਕੋਈ ਵੀ ਬੰਦਾ, ਉਹ ਜਿਵੇਂ ਫਿਲਮਾਂ ਵਿੱਚ ਕਹਿੰਦੇ ਵੀ ਕੋਈ ਵੀ ਅਪਰਾਧੀ ਜਿਹੜਾ ਆਪਦੀ ਮਾਂ ਦੀ ਕੁੱਖੋਂ ਅਪਰਾਧੀ ਨਹੀਂ ਜੰਮਦਾ, ਜਾਂ ਕੋਈ ਵੀ ਗੈਂਗਸਟਰ ਆਪਦੀ ਮਾਂ ਦੀ ਕੁੱਖੋਂ ਗੈਂਗਸਟਰ ਨਹੀਂ ਜੰਮਦਾ। ਤਾਂ ਜਿਹੜੇ ਤੁਸੀਂ ਦੇਖੋ ਰਾਜਨੀਤੀ ਨਾਲ ਜੁੜਦੇ ਲੋਕ ਨੇ, ਹਾਂਜੀ, ਚਾਹੇ ਜਿਹੜਾ ਵੀ ਕੋਈ ਵਪਾਰੀ ਹੈ ਬੰਦਾ, ਹਾਂਜੀ, ਹਰੇਕ ਬੰਦਾ ਚਾਹੁੰਦਾ ਮੇਰੇ ਘਰੇ ਸੱਚੀ ਸੁੱਚੀ ਕਮਾਈ ਆਵੇ, ਮੇਰੇ ਬੱਚਿਆਂ ਦੇ ਵਧੀਆ ਪੈਸਾ ਆਵੇ, ਜਿਹੜਾ ਮੇਰਾ ਬੱਚਿਆਂ ਦੇ ਕੰਮ ਆਵੇ। ਬਿਲਕੁਲ ਠੀਕ ਹੈ ਜੀ। ਹਰੇਕ ਦੇਖੋ, ਇੱਕ ਲੋਕ ਸੇਵਾ ਵਾਲੇ ਬੰਦੇ ਜਿਹੜੇ ਹੁੰਦੇ ਆ ਰਾਜਨੀਤੀ ਵਿੱਚ ਜਾਂਦੇ ਆ, ਲੋਕ ਉਹਨਾਂ ਦੀ ਸੇਵਾ ਨੂੰ ਦੇਖ ਦੇਖ ਕੇ ਉਹਨਾਂ ਨੂੰ ਆਪਦਾ ਲੀਡਰ ਬਣਾ ਲੈਂਦੇ ਆ, ਆਪਦਾ ਲੀਡਰ ਚੁਣ ਲੈਂਦੇ ਆ। ਬਿਲਕੁਲ। ਹੁੰਦਾ ਕੀ ਹੈ, ਜਦੋਂ ਤੁਸੀਂ ਪਾਵਰ ਦੇ ਵਿੱਚ ਆਉਂਦੇ ਹੋ, ਜਦੋਂ ਤੁਸੀਂ ਆਪਦੀ ਚੇਅਰ ਦੇ ਉੱਤੇ ਬਹਿੰਦੇ ਹੋ, ਹਾਂਜੀ, ਉਦੋਂ ਅਫਸਰ ਆ ਤੁਹਾਨੂੰ ਦੱਸਦੇ ਵੀ ਜਨਾਬ ਪਹਿਲਾਂ ਆਹ ਸਿਸਟਮ ਸੀ, ਹੁਣ ਆਹ ਸਿਸਟਮ ਹੈ। ਬਿਲਕੁਲ। ਤਾਂ ਜਿਹੜਾ ਪਹਿਲਾਂ ਉਹਨਾਂ ਨੂੰ ਕਰਪਸ਼ਨ ਦਾ ਕਾਇਦਾ, ਉਹ
ਕਰਪਸ਼ਨ ਦਾ ਕਾਇਦਾ ਪੜਾਉਣ ਵਾਲੇ ਜਿਹੜੇ ਹੁੰਦੇ ਆ ਉਹ ਅਫਸਰ ਹੁੰਦੇ ਆ, ਬਿਊਰੋਕ੍ਰੇਸੀ। ਹਾਂ, ਬਿਊਰੋਕ੍ਰੇਸੀ ਜਿਹੜੀ ਖਾਸ ਕਰ ਪੰਜਾਬ ਦੀ ਹੈ, ਉਹ ਲੀਡਰਾਂ ਨੂੰ ਦੱਸਦੀ ਹੈ ਵੀ ਕਿ ਕਰਪਸ਼ਨ ਕਿਵੇਂ ਹੁੰਦੀ ਹੈ। ਵੀ ਤੁਸੀਂ ਤਾਂ ਐਵੇਂ ਹੀ ਫਿਰਦੇ ਆ ਤਾਂ ਇੱਥੇ ਖਜ਼ਾਨਾ ਹੀ ਪਿਆ ਤੁਹਾਡੇ। ਹਾਂਜੀ, ਹੁਣ ਜਿਵੇਂ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਉਦਾਹਰਨ ਦਿੰਦਾ, ਪਿੱਛੇ ਜੇ ਹਫਤਾ 10 ਦਿਨ ਹੋ ਗਏ, ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ। ਠੀਕ ਹੈ ਜੀ। ਮੇਰਾ ਭਾਂਜਾ ਬਾਹਰ ਚੱਲਿਆ ਤੇ ਮੈਂ ਮੇਰੇ ਭਾਂਜੇ ਨਾਲ ਘੁੰਮਣ ਗਿਆ ਹੋਇਆ ਸੀਗਾ। ਅਸੀਂ ਉੱਥੇ ਠਹਿਰੇ, ਜਿਹੜੇ ਹੋਟਲ ਦੇ ਵਿੱਚ ਮੈਂ ਠਹਿਰਿਆ ਸੀਗਾ, ਹਾਂਜੀ, ਉਸੇ ਹੋਟਲ ਦੇ ਵਿੱਚ ਉੱਥੋਂ ਦੇ MLA ਤੇ ਮੰਤਰੀ ਠਹਿਰੇ ਹੋਏ ਸੀ। ਠੀਕ ਹੈ ਜੀ। ਇਹ ਤੁਹਾਨੂੰ ਮੈਂ ਹਫਤਾ ਪੁਰਾਣਾ, ਇਹ ਲੇਟੈਸਟ ਉਹਨਾਂ ਦੇ ਸੈਸ਼ਨ ਦੀ ਗੱਲ ਦੱਸ ਰਿਹਾ। ਠੀਕ ਹੈ ਜੀ। ਕੀ ਤੁਸੀਂ ਆਪਦੀ ਉਹਦੇ ਵਿੱਚ ਅੱਜ ਤੱਕ ਸੋਚਿਆ ਹੋਣਾ ਕਿ ਤੁਹਾਡੇ ਨਾਲ ਜਿਹੜੇ ਕਮਰੇ 'ਚ ਤੁਸੀਂ ਠਹਿਰੇ ਹੋਵੋ, ਉਹਦੇ ਨਾਲੇ ਕਮਰਿਆਂ ਵਿੱਚ ਜਾਂ ਤੁਹਾਡੇ ਉੱਪਰ ਤੇ ਥੱਲੇ ਬਿਲਕੁਲ 20-30 MLA ਠਹਿਰੇ ਹੋਏ ਹੋਣ ਤੇ ਤੁਹਾਨੂੰ 3 ਦਿਨ ਪਤਾ ਹੀ ਨਾ ਚੱਲੇ? ਵੱਡੀ ਗੱਲ ਹੈ। ਮੈਨੂੰ ਲੱਗਦਾ ਪੰਜਾਬ ਦੇ ਲੋਕ ਸੁਪਨੇ ਵਿੱਚ ਵੀ ਇਹ ਚੀਜ਼ ਨਹੀਂ ਸੋਚ ਸਕਦੇ। ਜਿੱਥੇ ਮੈਂ ਠਹਿਰਿਆ ਸੀ, ਮੇਰੇ ਨਾਲ 25 ਤੋਂ 30 MLA ਠਹਿਰੇ ਹੋਏ ਸੀਗੇ। ਸਾਨੂੰ ਸਿਰਫ ਇਸ ਗੱਲ ਤੋਂ ਪਤਾ ਲੱਗਦਾ ਸੀ, ਉਹਨਾਂ ਦੀ ਗੱਡੀ ਅੱਗੇ ਲਿਖਿਆ ਹੁੰਦਾ ਸੀ ਹਿਮਾਚਲ ਪ੍ਰਦੇਸ਼ ਗਵਰਨਮੈਂਟ, ਜਾਂ ਇੱਕ ਛੋਟਾ ਜਿਹਾ ਲਿਖਿਆ ਹੁੰਦਾ ਸੀ ਲਾਲ ਅੱਖਰਾਂ ਨਾਲ MLA। ਉਹਨਾਂ ਦੇ ਵਿੱਚੋਂ ਇੱਕ ਮੰਡੀ ਦੇ ਵਿੱਚ ਏਰੀਆ ਪੈਂਦਾ, ਉੱਥੋਂ ਦੇ MLA ਨੇ ਹੀਰਾ ਲਾਲ ਜੀ। ਠੀਕ ਹੈ ਜੀ। ਹੀਰਾ ਲਾਲ ਜੀ ਮੈਨੂੰ ਮਿਲੇ ਤੇ ਮੈਂ ਕਿਹਾ ਸਰ ਇਹ ਇੱਥੇ ਇੰਨੀਆਂ ਗੱਡੀਆਂ ਖੜੀਆਂ ਵੀ ਇਹ ਕਿਵੇਂ, ਕੀ ਸਿਸਟਮ ਹੈ, ਤੁਸੀਂ ਇੱਥੋਂ ਦੇ ਲੋਕਲ ਹੋ? ਉਹ ਕਹਿੰਦਾ ਜੀ ਮੈਂ ਇੱਥੋਂ ਦਾ MLA ਆ। ਮੈਂ ਕਿਹਾ ਜੀ MLA ਸਾਡੇ ਵਾਲਾਂ ਦਾ? ਮੈਂ ਕਿਹਾ ਜੀ ਤੁਹਾਡੀ ਸਿਕਿਉਰਿਟੀ ਕਿੱਥੇ ਜੇ ਤੁਹਾਨੂੰ ਕੁਝ ਹੋ ਗਿਆ? कहता जी आपके पंजाब के नेताओं को ही ज़्यादा खतरा है, हमारे हिमाचल में तो हमें कोई खतरा नहीं है। कहता जिन लोगों ने हमें चुना है उन्हीं से हमें खतरा है। बिल्कुल हाँ जी। तो तुसी देखो भी जिहड़ी सादगी है, जिहड़ा भ्रिष्टाचार मुक्त जिहड़ियां स्टेटां ने, हिमाचल दे विच मैनूं लगदा करप्शन ही है नहीं जी। अपने तो इत्थे जिहड़ी धर्म की करप्शन है, जिन्हों करप्शन नहीं आपां लोग मानते, जे तुसी कोई भी टेंडर लेना, कोई भी काम करना, 10 तो 12% अफसरां दा हिस्सा। बिल्कुल। एक नहरी महकमा इहो जिहा जिहदे विच 18% हिस्सा। ਤੇ ਉੱਥੇ ਹੀ ਮੈਂ ਉਹਨਾਂ ਦੇ ਤੁਸੀਂ ਇਹ ਦੇਖੋ ਵੀ ਹੋਟਲ ਦੀ ਇਕੱਲੀ ਸਿਕਿਉਰਿਟੀ ਦੇ ਉੱਤੇ 3 ਪੁਲਿਸ ਵਾਲੇ ਖੜੇ ਸੀ ਉਹਨਾਂ ਦੇ। ਠੀਕ ਹੈ। ਉਹਦੇ ਵਿੱਚੋਂ 2 ਕਾਂਸਟੇਬਲ ਸੀਗੇ ਤੇ 1 ਹੈੱਡ ਕਾਂਸਟੇਬਲ ਸੀਗਾ। ਠੀਕ ਹੈ। ਕੋਈ ਉੱਥੇ ਗਾਰਦਾਂ ਨਹੀਂ ਲੱਗੀਆਂ ਹੋਈਆਂ ਸੀ, ਕੋਈ ਉੱਥੇ ਜਦੋਂ MLA ਆਉਂਦਾ ਸੀ ਉਹਨਾਂ ਮੂਹਰੇ ਪਾਇਲਟਾਂ ਨਹੀਂ ਸੀਗੀਆਂ, ਕੋਈ ਉਹਨਾਂ ਦੇ ਨਾਲ ਸਿਕਿਉਰਿਟੀਆਂ ਦੇ ਮਤਲਬ ਤਾਮਝਾਮ ਨਹੀਂ ਸੀਗੇ। ਤੇ ਸਾਨੂੰ ਦੇਖ ਕੇ ਬੜੀ ਹੈਰਾਨੀ। ਦੇਖੋ ਇਹ ਜਿਹੜੀਆਂ ਸਿਕਿਉਰਿਟੀਆਂ, ਇਹ ਜਿਹੜੀ ਤਾਮਝਾਮ ਹੈ, ਉਹ ਮੈਨੂੰ ਲੱਗਦਾ ਜਿਹੜਾ ਹੀਰਾ ਲਾਲ ਜੀ ਦੇ ਜਿਹੜਾ ਕੋਟ ਪੈਂਟ ਪਾਇਆ ਹੋਇਆ ਸੀਗਾ, ਮੈਨੂੰ ਲੱਗਦਾ ਉਹ 3 ਤੋਂ 5000 ਤੋਂ ਵੱਧ ਦਾ ਕੋਟ ਪੈਂਟ ਨਹੀਂ ਹੋਣਾ ਉਹਨਾਂ ਦਾ, ਜਿਹੜਾ ਵਿਧਾਨ ਸਭਾ ਸੈਸ਼ਨ 'ਚ ਉਹਨਾਂ ਨੇ ਪਾਉਣਾ ਸੀ। ਠੀਕ ਹੈ। ਤੇ ਆਪਣੇ ਤਾਂ ਮੈਨੂੰ ਲੱਗਦਾ ਆਪਣੇ ਗਨਮੈਨਾਂ ਦੇ ਇਹਨਾਂ ਦੇ ਉਦੋਂ ਵੱਧ ਦੇ ਕੱਪੜੇ ਪਾਏ ਹੁੰਦੇ ਆ। ਆਪਣੇ 8 ਤੋਂ 10-20 ਹਜ਼ਾਰ ਦੀ ਤਾਂ ਬਾਸਕਟ ਪਾਈ ਹੁੰਦੀ ਆ ਆਪਣੇ ਉੱਪਰ। ਤਾਂ ਇਹ ਜਿਹੜਾ ਪੈਸਾ ਨਾ, ਇਹ ਜਿਹੜੀ ਕਰਪਸ਼ਨ ਹੈ, ਇਹ ਜਿਹੜੇ ਚੋਰ ਹੈ ਅੰਦਰੋਂ, ਇਹ ਇਹਨਾਂ ਦੇ ਦਿਲਾਂ 'ਚ ਡਰ ਬੈਠ ਕੇ ਜਿਹੜੇ ਸਿਕਿਉਰਿਟੀਆਂ ਲੈ ਕੇ ਇਹ ਘੁੰਮਦੇ ਆ, ਇਹ ਲੋਕ ਆਪਣੇ ਜਿਹੜੇ ਮੰਤਰੀ ਸੰਤਰੀ ਬਣ ਚੁੱਕੇ ਆ, ਪੈਸੇ ਨੇ ਇਹਨਾਂ ਨੂੰ ਅੰਨਾ ਕਰਤਾ। ਪੈਸੇ ਨੇ ਇਹਨਾਂ ਨੂੰ ਅੰਨਾ ਕਰਤਾ। ਜਿਹੜੀ ਅਫਸਰਸ਼ਾਹੀ ਹੈ ਉਹ ਇਹਨਾਂ ਦੀ ਜਿਹੜਾ ਕਹਿ ਲਓ ਪ੍ਰਿੰਸੀਪਲ ਇਹਨਾਂ ਦੀ ਕਰਪਸ਼ਨ ਦੇ ਜਿਹੜੇ ਨੇ ਉਹ ਅਫਸਰਸ਼ਾਹੀ ਨੇ। ਬਿਲਕੁਲ ਠੀਕ ਹੈ। ਦੂਸਰੀ ਜਿਹੜੀ ਆਪਾਂ ਸ਼ਰਾਬ ਮਾਫੀਆ ਦਿੱਤੀ, ਤੁਹਾਨੂੰ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਪੂਰੇ ਪੰਜਾਬ ਦੀ ਗੱਲ ਨਹੀਂ ਕਰਦੇ ਅਸੀਂ, ਇਕੱਲੇ ਬਠਿੰਡੇ ਦੀ। ਹਾਂਜੀ। ਆਹ ਬਠਿੰਡੇ ਦੀ ਮੈਂ ਤੁਹਾਡੇ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਥੋੜ੍ਹਾ ਜਿਹਾ ਇੱਧਰ ਕੈਮਰਾ ਜ਼ੂਮ ਕਰ ਦੇਣਗੇ। ਆਹ ਬਠਿੰਡੇ ਆਪਾਂ RTI ਪਾਈ ਸੀਗੀ। ਹਾਂਜੀ। ਇਹਦੇ ਵਿੱਚ ਜੀ ਇਹਨਾਂ ਨੂੰ ਮੈਂ ਪੁੱਛਿਆ ਸੀਗਾ ਵੀ ਤੁਹਾਨੂੰ ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ ਨੁਕਸਾਨ ਹੋਇਆ, ਬਠਿੰਡੇ ਜ਼ਿਲ੍ਹੇ ਦੇ ਵਿੱਚ ਸ਼ਰਾਬ ਦੇ ਥਰੂ ਜਿਹੜਾ ਐਕਸਾਈਜ਼ ਮਹਿਕਮੇ ਨੂੰ ਨੁਕਸਾਨ ਹੋਇਆ, ਮੈਨੂੰ ਉਹਦਾ ਡਾਟਾ ਦਿੱਤਾ ਜਾਵੇ। ਮੈਨੂੰ ਜਿਹੜੇ ਤੁਹਾਡੇ ਡਿਫਾਲਟਰ ਆ ਉਹਨਾਂ ਦੀ ਲਿਸਟ ਦਿੱਤੀ ਜਾਵੇ। ਠੀਕ ਹੈ ਜੀ। ਤੁਸੀਂ ਸੱਚ ਮੰਨੋਗੇ, ਪਹਿਲਾਂ ਤਾਂ ਮੈਨੂੰ ਸਟੇਟ ਇਨਫੋਰਮੇਸ਼ਨ ਕਮਿਸ਼ਨ ਕੋਲ ਜਾਣਾ ਪਿਆ ਇਹ ਲੈਣ ਲਈ, ਇਹਨਾਂ ਨੇ ਮੈਨੂੰ ਇਨਫੋਰਮੇਸ਼ਨ ਨਹੀਂ ਦਿੱਤੀ। ਠੀਕ ਹੈ। ਜਦੋਂ ETO ਨੂੰ ਪਤਾ ਲੱਗਿਆ ਕਿ ਮੇਰੇ ਤੇ ਗੱਲ ਆ ਰਹੀ ਹੈ ਤਾਂ ਉਹਨੇ ਸਾਨੂੰ ਜਾਣਕਾਰੀ ਸੱਦ ਕੇ ਦਿੱਤੀ, ਔਖੇ ਸੌਖੇ ਵਿਚਾਰੇ ਨੂੰ। ਠੀਕ ਹੈ। ਉਹਦੇ ਵਿੱਚ ਫਿਰ ਕੀ ਹੋਇਆ, ਉਹਦੇ ਵਿੱਚ ਬੜੇ ਹੈਰਾਨੀਜਨਕ ਤੱਥ ਜਿਹੜੇ ਸਾਹਮਣੇ ਆਏ। ਹੈਰਾਨੀਜਨਕ ਜਿਹੜੇ ਤੱਥ ਹੈ ਉਹ ਤੁਹਾਨੂੰ ਮੈਂ ਦੱਸਦਾ ਕਿ ਬਠਿੰਡੇ ਦੇ ਵਿੱਚ ਮੈਂ ਤੁਹਾਨੂੰ 10 ਸਾਲਾਂ ਦਾ ਵੇਰਵਾ ਨਹੀਂ ਦੱਸੂਗਾ, ਇਕੱਲੇ 1 ਸਾਲ ਦਾ ਵੇਰਵਾ ਤੁਹਾਨੂੰ ਮੈਂ ਦਿੰਨਾ। ਠੀਕ ਹੈ। ਇਹ ਜੀ 2016-17 ਦਾ ਵੇਰਵਾ ਜਿਹੜਾ ਹੈ ਮੈਂ ਹਾਈਲਾਈਟ ਕੀਤਾ ਵਾ ਗ੍ਰੀਨ ਪੈਨ ਨਾਲ, ਮਾੜਾ ਨਿਗਾਹ ਮਾਰ ਲਓ। ਠੀਕ ਹੈ।
70 ਕਰੋੜ ਦਾ ਜੀ ਇਕੱਲੇ ਬਠਿੰਡੇ ਦੇ ਵਿੱਚ ਘੁਟਾਲਾ ਹੋਇਆ, ਸ਼ਰਾਬ ਮਾਫੀਆ, ਸ਼ਰਾਬ ਮਾਫੀਆ। 70 ਕਰੋੜ ਦਾ। ਹਾਂਜੀ, ਇਹ 70 ਕਰੋੜ ਦਾ ਘੁਟਾਲਾ ਕਰਨ ਵਾਲਾ ਕੋਈ ਹੋਰ ਨਹੀਂ। ਹਾਂਜੀ, ਇਹ ਜਿਹੜਾ ਅਬੋਹਰ ਦਾ ਬਹੁਤ ਮਸ਼ਹੂਰ ਕਾਂਡ ਹੋਇਆ ਸੀ, ਭੀਮ ਟਾਂਗ ਕਾਂਡ, ਜਿਹਦੇ ਹੱਥ ਪੈਰ ਵੱਢ ਕੇ ਮੁੰਡੇ ਦੇ ਉਹਨੂੰ ਮਾਰਤਾ ਸੀ। ਹਾਂਜੀ, ਸ਼ਿਵ ਲਾਲ ਡੋਡਾ। ਹਾਂਜੀ, ਉਹਦਾ ਜਿਹੜਾ ਭਰਾ ਉਹ, ਠੀਕ ਹੈ। ਤੇ ਬਠਿੰਡੇ ਦਾ ਮਸ਼ਹੂਰ ਸ਼ਰਾਬ ਮਾਫੀਆ, ਹਾਂਜੀ, ਸਮਗਲਰ ਸ਼ਰਾਬ ਦਾ, ਮੈਂ ਕਹਿੰਦਾ ਜਸਵਿੰਦਰ ਸਿੰਘ ਜੁਗਨੂ। ਠੀਕ ਹੈ। ਜੇ ਕਿਸੇ ਨੂੰ ਵੀ ਨਾਮ ਲਓਗੇ ਜਸਵਿੰਦਰ ਸਿੰਘ ਜੁਗਨੂ, ਹਾਂਜੀ, ਤੁਹਾਨੂੰ ਜਿਵੇਂ ਪਤਾ ਹੀ ਹੋਣਾ, ਉਹਦਾ ਨਾਮ ਜਿਹੜਾ ਬਹੁਤ ਕੰਮਾਂ ਦੇ ਵਿੱਚ ਆਇਆ, ਚਾਹੇ ਉਹ ਬਠਿੰਡੇ ਦਾ ਮੇਅਰ ਬਣਾਉਣਾ ਹੋਵੇ, ਬਿਲਕੁਲ, ਤੇ ਚਾਹੇ ਬਠਿੰਡੇ ਦੇ ਜਿਹੜੇ ਲੋਕ ਨੇ ਪਾਰਟੀ ਵਿੱਚ ਸ਼ਾਮਲ ਕਰਵਾਉਣੇ ਹੋਣ। ਹਾਂਜੀ, ਇਹ ਸਾਰੇ ਦੇ ਉੱਤੇ ਜਿਹੜਾ ਕੰਟਰੋਲ ਹੈ ਜਸਵਿੰਦਰ ਸਿੰਘ ਜੁਗਨੂ ਦਾ। ਇਸ ਟਾਈਮ ਜਿਹੜਾ ਕਹਿ ਲਓ ਕਿ ਬਠਿੰਡੇ ਦਾ ਮਾਲਕ ਹੈ ਉਹ ਜਸਵਿੰਦਰ ਸਿੰਘ ਜੁਗਨੂ, ਸ਼ਰਾਬ ਮਾਫੀਆ, ਬਹੁਤ ਮਸ਼ਹੂਰ। ਠੀਕ ਹੈ। ਇਹ ਤੁਹਾਨੂੰ ਮੈਂ ਦੱਸਦਾ ਕੋਈ ਬੜਾ ਪੜ੍ਹਿਆ ਲਿਖਿਆ ਇਨਸਾਨ ਨਹੀਂ। ਹਾਂਜੀ, ਬਹੁਤ ਕੁਆਲੀਫਿਕੇਸ਼ਨ ਲੈਵਲ ਇਹਦਾ ਬਹੁਤ ਛੋਟਾ ਵਿਚਾਰੇ। ਦੇਖੋ, ਆਪਾਂ ਇਕੱਲੀ ਐਜੂਕੇਸ਼ਨ ਨਾਲ ਨਹੀਂ ਸਾਰੀਆਂ ਚੀਜ਼ਾਂ ਜੋੜ ਸਕਦੇ। ਬਹੁਤ ਘੱਟ ਪੜ੍ਹੇ ਲਿਖੇ ਬੰਦੇ ਵੀ ਬਹੁਤ ਇੰਟੈਲੀਜੈਂਟ ਦੇਖੇ ਗਏ ਨੇ, ਬਹੁਤ ਉੱਚੇ ਰੁਤਬਿਆਂ ਤੇ ਪਹੁੰਚੇ ਨੇ, ਦਿਮਾਗ ਹੁੰਦਾ ਬੰਦੇ ਦਾ। ਹਾਂਜੀ, ਪਰ ਇਹਨੇ ਜਿਹੜਾ ਰਾਸਤਾ ਚੁਣਿਆ, ਹਾਂਜੀ, ਇਹਨੇ ਰਾਸਤਾ ਚੁਣਿਆ ਅਫਸਰਾਂ ਦੇ ਨਾਲ ਰਲ ਕੇ ਸਟੇਟ ਨੂੰ ਲੁੱਟਣ ਦਾ। 2016-17 ਦੇ ਵਿੱਚ ਇਹਨਾਂ ਨੇ 220 ਕਰੋੜ ਦੇ ਠੇਕੇ ਲਏ। ਬਠਿੰਡਾ ਦੇ, ਬਠਿੰਡਾ ਪੂਰਾ 220 ਕਰੋੜ ਦੇ ਵਿੱਚ ਚੜਿਆ ਸੀਗਾ। ਠੀਕ ਹੈ ਜੀ। 220 ਕਰੋੜ ਦੇ 17-18 ਯਾਨੀ ਕਿ 2017-18। ਹਾਂਜੀ, ਠੀਕ ਹੈ ਜੀ। ਤਾਂ ਤੁਸੀਂ ਇਹ ਦੇਖ ਲਓ ਕਿ ਉਹ 17-18 ਦੇ 16-17 ਦੇ ਵਿੱਚ, ਹਾਂਜੀ, ਇਹ ਇਕੱਲੇ ਬੰਦੇ ਦਾ ਗਰੁੱਪ 70 ਕਰੋੜ ਦਾ ਗਬਨ ਕਰ ਗਿਆ, ਇਕੱਲੇ ਬਠਿੰਡੇ 'ਚ। ਇਕੱਲੇ ਬਠਿੰਡੇ। ਤੁਹਾਡੇ ਕੋਲ ਮੈਂ ਫਿਰ ਫਰੀਦਕੋਟ ਦੀ ਗੱਲ ਕਰਾਂ। ਹਾਂਜੀ, ਫਰੀਦਕੋਟ ਦੇ ਵਿੱਚ 23 ਕਰੋੜ ਹੈ ਗਬਨ। ਹਾਂਜੀ, ਠੀਕ ਹੈ। ਤਾਂ ਇਸ ਬੰਦੇ ਦੀ ਜੇ ਮੈਂ ਤੁਹਾਨੂੰ ਲਿਸਟ ਕੱਢ ਕੇ ਪੜ੍ਹਾ ਦਿਆਂ, ਕੱਲੇ ਜਸਵਿੰਦਰ ਸਿੰਘ ਜੁਗਨੂ ਦੀ, ਹਾਂਜੀ, ਪੂਰੇ ਪੰਜਾਬ ਦੇ ਵਿੱਚ ਜੁਗਨੂ ਐਂਡ ਪਾਰਟੀ ਨੇ 150 ਤੋਂ 200 ਕਰੋੜ ਦੀ ਠੱਗੀ ਮਾਰੀ ਇੱਕ ਸਾਲ 'ਚ। ਇੱਕ ਸਾਲ ਦੇ ਵਿੱਚ। ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਅਫਸਰਾਂ ਦੀ ਸ਼ਹਿ ਤੋਂ ਬਿਨਾਂ ਹੋ ਗਿਆ ਜਾਂ ਲੀਡਰਾਂ ਦੀ ਸ਼ਹਿ ਤੋਂ ਬਿਨਾਂ ਹੋ ਗਿਆ? ਲੀਡਰ ਦਾ ਜੇ ਗੱਲ ਕਰਨੀ ਹੋਵੇ ਕਿਹਦਾ ਹੱਥ ਹੈ ਨੇ ਸਿਰ ਤੇ? ਲੀਡਰ ਉਦੋਂ ਜਿਹੜੀ ਮੌਜੂਦਾ ਸਰਕਾਰ ਸੀ ਜੀ, ਅਕਾਲੀ ਸਰਕਾਰ ਸੀ 2016-17। 16-17 ਦੇ ਵਿੱਚ ਅਕਾਲੀ ਸਰਕਾਰ ਸੀਗੀ। 17-18। ਠੀਕ ਹੈ, ਪਰ ਦੇਖੋ ਇੱਥੇ ਜਿਹੜੀ ਦੇਖਣ ਵਾਲੀ ਗੱਲ ਹੈ, ਹਾਂਜੀ, 11 ਮਾਰਚ 2017 ਨੂੰ ਹਾਂਜੀ, ਸੀਐਮ ਕਾਂਗਰਸ ਸਰਕਾਰ ਦਾ ਬਣ ਗਿਆ ਸੀ। ਸਰਕਾਰ ਚੇਂਜ ਹੋ ਗਈ। 31 ਮਾਰਚ ਨੂੰ ਤੱਕ ਜਿਹੜੇ ਇਹਨਾਂ ਤੋਂ ਫੰਡਸ ਕਲੈਕਟ ਕਰਨੇ ਸੀਗੇ ਉਹ ਕਾਂਗਰਸ ਸਰਕਾਰ ਨੇ ਕਰਨੇ ਸੀਗੇ। ਬਿਲਕੁਲ। ਪਰ ਕਾਂਗਰਸ ਸਰਕਾਰ ਇੱਥੇ ਚੁੱਪ ਬੈਠ ਗਈ। ਚੁੱਪ ਕਿਉਂ ਬੈਠ ਗਈ? ਪੰਜਾਬ ਦੇ ਵਜ਼ੀਰ ਦਾ ਰਾਈਟ ਹੈਂਡ ਹੈ। ਠੀਕ ਹੈ। ਫਿਰ ਤੁਹਾਨੂੰ ਹੋਰ ਮਜ਼ੇਦਾਰ ਗੱਲ ਦੱਸਦਾ। 6 ਮਾਰਚ 2021 ਨੂੰ, ਹਾਂਜੀ, ਮੈਂ ਇਹਨਾਂ ਤੇ ਜੁਗਨੂ ਐਂਡ ਪਾਰਟੀ ਦੇ ਉੱਤੇ ਕੰਪਲੇਂਟ ਪਾਤੀ ਇੱਕ, ਕਿ ਬਠਿੰਡੇ, ਇਕੱਲੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹਨਾਂ ਲੋਕਾਂ ਨੇ 70 ਕਰੋੜ ਦਾ ਪੰਜਾਬ ਸਰਕਾਰ ਦਾ ਰੈਵਨਿਊ ਲਾਸ ਕੀਤਾ। ਹਾਂਜੀ, ਇਸ ਰੈਵਨਿਊ ਲਾਸ ਦੀ ਇਹਨਾਂ ਤੋਂ ਰਿਕਵਰੀ ਕਰਕੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ। ਹਾਂਜੀ, ਫਿਰ ਤੁਹਾਨੂੰ ਹੋਰ ਇਹਦੇ ਵਿੱਚ ਇੱਕ ਗੱਲ ਐਡ ਕਰ ਦਿਆਂ ਮੈਂ। ਹਾਂਜੀ, 26 ਫਰਵਰੀ 26 ਫਰਵਰੀ 2017 ਨੂੰ, ਹਾਂਜੀ, ਇਸ ਬੰਦੇ ਕੋਲੋਂ 10,500 ਪੇਟੀ ਸ਼ਰਾਬ ਦੀ ਫੜੀ ਗਈ, ਨਜਾਇਜ਼ ਸ਼ਰਾਬ ਦੀ ਪੇਟੀ। ਜੇ ਤੁਸੀਂ ਉਦੋਂ ਐਕਟਿਵ ਹੋਵੋ ਬਠਿੰਡੇ ਇਲੈਕਸ਼ਨਾਂ ਦੇ ਵਿੱਚ, ਤੁਹਾਨੂੰ ਸ਼ਾਇਦ ਧਿਆਨ ਹੋਵੇ, ਚੋਣ ਕਮਿਸ਼ਨ ਦੀ ਇੰਟਰਫੇਰੈਂਸ ਨਾਲ ਪਰਚਾ ਦਰਜ ਹੋਇਆ ਸੀਗਾ। ਉਹ ਪਰਚਾ ਦਰਜ ਹੋਣ ਦੇ ਬਾਵਜੂਦ ਚੋਣ ਕਮਿਸ਼ਨ ਨੇ ਪਰਚਾ ਦਰਜ ਕਰਾਇਆ। 10,500 ਪੇਟੀ ਸ਼ਰਾਬ ਦੀ ਫੜੀ ਗਈ, ਜਿਸ ਦੇ ਵਿੱਚੋਂ ਝਾਰਖੰਡ ਦੀ ਸ਼ਰਾਬ ਫੜੀ ਗਈ, ਜਿਹਦੇ ਵਿੱਚੋਂ ਹਰਿਆਣੇ ਦੀ ਸ਼ਰਾਬ ਫੜੀ ਗਈ, ਜਿਹਦੇ ਵਿੱਚੋਂ ਇਹ ਲੈਵਲ ਵਗੈਰਾ ਆਪ ਤਿਆਰ ਕਰਦਾ ਸੀ ਬੰਦਾ। ਨਾਲ ਪੁਲਿਸ ਨੇ 420 ਦਾ ਪਰਚਾ ਦਿੱਤਾ। ਸਰਕਾਰ ਆਈ ਤੇ ਪਰਚਾ ਰੱਦ। ਫਿਰ ਜਿਹੜੀ ਸਭ ਤੋਂ ਹਾਸੋਹੀਣੀ ਗੱਲ, ਜਿਹੜੀ ਮੈਂ ਤੁਹਾਨੂੰ ਅਫਸਰਾਂ ਦੀ ਮਿਲੀ ਭੁਗਤ ਦੱਸਦਾ। ਹਾਂਜੀ, ਜਦੋਂ ਜਸਵਿੰਦਰ ਸਿੰਘ ਜੁਗਨੂ ਦੇ ਪਰਚੇ ਦੀ ਕੈਂਸਲੇਸ਼ਨ ਬਠਿੰਡਾ ਪੁਲਿਸ ਨੇ ਮੂਵ ਕੀਤੀ ਕੋਰਟ ਦੇ ਵਿੱਚ, ਹਾਂਜੀ, ਤਾਂ ਸਰਕਾਰ ਦਾ ਲਾਸ ਹੋਇਆ ਸੀ। ਸਰਕਾਰ ਵੱਲੋਂ ਪਰਚਾ ਸੀ ਤੇ ਸਰਕਾਰ ਨੂੰ ਰਿਪਰੈਜ਼ੈਂਟ ਕਰ ਰਿਹਾ ਸੀਗਾ ਈਟੀਓ ਵਿਕਰਮਦੇਵ ਸਿੰਘ ਠਾਕੁਰ। ਠੀਕ ਹੈ। ਈਟੀਓ ਵਿਕਰਮਦੇਵ ਸਿੰਘ ਠਾਕੁਰ ਕੋਰਟ 'ਚ ਪੇਸ਼ ਹੋਇਆ। ਉਹ ਕਹਿੰਦਾ ਜੀ ਜਿਹੜਾ ਇਹਨੇ 3 ਲੱਖ ਰੁਪਇਆ ਭਰਿਆ ਦਿਖਾਇਆ, ਕੋਈ ਪੰਜਾਬ ਐਕਸਾਈਜ਼ ਪਾਲਿਸੀ ਜਿਹੜੀ 1914, ਹਾਂਜੀ, ਉਹਦੇ ਅਕੋਰਡਿੰਗ ਇਹ ਸਿਸਟਮ ਹੀ ਹੈ ਨਹੀਂ ਕਿ ਅਸੀਂ ਕਿਸੇ ਹੋਰ ਸਟੇਟ ਦੀ ਐਕਸਾਈਜ਼ ਡਿਊਟੀ ਭਰਾ ਲਈਏ। ਠੀਕ ਹੈ। ਦੂਸਰੇ ਨੰਬਰ ਦੇ ਉੱਤੇ ਜਿਹੜਾ ਇਹ ਪਰਚਾ ਰੱਦ ਹੋ ਜੇ, ਇਹ ਕੋਈ ਪ੍ਰੋਵੀਜ਼ਨ ਹੀ ਹੈ ਨਹੀਂ ਸਾਡੇ ਕੋਲ।
ਤਾਂ ਮੈਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਨਾਲ ਸਹਿਮਤ ਨਹੀਂ ਹੈਗਾ। ਠੀਕ ਹੈ। ਤਾਂ ਜੱਜ ਸਾਹਿਬ ਨੇ ਬੜਾ ਡਿਟੇਲ ਦੇ ਵਿੱਚ ਆਰਡਰ ਲਿਖਿਆ ਤੇ ਪੁਲਿਸ ਨੂੰ ਰੀ ਇਨਵੈਸਟੀਗੇਸ਼ਨ ਦੇ ਆਰਡਰ ਕਰਤੇ। ਠੀਕ ਹੈ ਜੀ। ਤੁਸੀਂ ਦੇਖੋ ਰੀ ਇਨਵੈਸਟੀਗੇਸ਼ਨ ਹੋਈ, ਜਾਲੀ ਬਿੱਲ ਪੇਸ਼ ਕੀਤੇ ਗਏ। ਮੇਰੇ ਕੋਲ ਪੁਲਿੰਦਾ ਹੈ ਜੀ 14-1500 ਪੇਜ ਦਾ ਇਹਨਾਂ ਦੀ ਅਖਰਾਜ ਰਿਪੋਰਟ ਦਾ ਲਿਆ ਮੈਂ। ਠੀਕ ਹੈ ਜੀ। ਜਾਲੀ ਬਿੱਲ ਪੇਸ਼ ਕੀਤੇ ਗਏ, ਲੁਧਿਆਣੇ ਦੇ ਬਿੱਲ ਵਿੱਚ ਲਾ ਦਿੱਤੇ ਗਏ। ਠੀਕ ਹੈ। ਕੀ ਸਿਸਟਮ ਹੁੰਦਾ, ਤੁਸੀਂ ਜਦੋਂ ਇਹ ਐਕਸਾਈਜ਼ ਜਿਹੜਾ ਪੰਜਾਬ ਐਕਸਾਈਜ਼ ਪਾਲਿਸੀ ਦੇ ਵਿੱਚ ਬੜਾ ਸਾਫ਼-ਸਾਫ਼ ਲਿਖਿਆ ਹੋਇਆ ਹੈ ਹਾਂਜੀ ਕਿ ਤੁਸੀਂ ਜਿਹੜਾ ਲਾਇਸੈਂਸ ਹੋਲਡਰ ਹੈ, ਹਾਂਜੀ, ਜਿਹੜੇ ਉਹ ਜਗ੍ਹਾ ਲਿਖ ਕੇ ਦਿੰਦਾ, ਹਾਂਜੀ, ਉਹਨੇ ਉੱਥੇ ਹੀ ਸ਼ਰਾਬ ਇਕੱਠੀ ਕਰਨੀ ਹੁੰਦੀ ਹੈ। ਠੀਕ ਹੈ। ਇਹਦੀਆਂ ਪਾਲਿਸੀ ਉਹਦੇ ਵਿੱਚ ਲਿਖਿਆ ਹੋਇਆ ਸਾਫ਼ ਕਿ ਜਿਹੜੀਆਂ 2 ਗਡਾਊਨਾਂ ਦੇ ਵਿੱਚ ਇਹਨੇ ਸ਼ਰਾਬ ਇਕੱਠੀ ਕੀਤੀ ਸੀ, ਹਾਂਜੀ, ਉਹ ਗਡਾਊਨ ਸਾਡੇ ਵੱਲੋਂ ਮਨਜ਼ੂਰਸ਼ੁਦਾ ਨਹੀਂ ਸੀਗੇ। ਠੀਕ ਹੈ। ਮਤਲਬ ਜੇ ਸ਼ਰਾਬ ਵੀ ਮੰਨ ਲਈ ਜਾਵੇ ਇਹਦੀ ਹੈ ਤਾਂ ਇਹ ਗਡਾਊਨ ਮਨਜ਼ੂਰਸ਼ੁਦਾ ਨਹੀਂ ਹੈਗੇ। ਹਾਂਜੀ। ਪਰ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗਦੀ ਹੋਈ ਪੰਜਾਬ ਪੁਲਿਸ, ਸਾਡੀ ਬਠਿੰਡਾ ਪੁਲਿਸ ਨੇ, ਜਿਹਦੇ ਵਿੱਚ ਇਨਵੈਸਟੀਗੇਸ਼ਨ ਆਫੀਸਰ, ਨਸ਼ੇ ਦਾ ਸੌਦਾਗਰ, ਮੈਂ ਕਹੂੰਗਾ ਨਸ਼ੇ ਦੇ ਸੌਦਾਗਰਾਂ ਨੂੰ ਸ਼ਹਿ ਦੇਣ ਵਾਲਾ, ਨਸ਼ੇ ਬਾਜ਼ਾਂ ਦੇ ਪਰਚੇ ਕੈਂਸਲ ਕਰਨ ਦੇ ਵਿੱਚ ਐਕਸਪਰਟ ਪੰਜਾਬ ਪੁਲਿਸ ਦਾ ਬਹੁਤ ਵੱਡਾ ਚਿਹਰਾ ਡੀਐਸਪੀ ਗੁਰਜੀਤ ਸਿੰਘ ਰਮਾਣਾ। ਤੁਹਾਨੂੰ ਧਿਆਨ ਹੋਊਗਾ ਜਿਹਨੇ ਗੋਨਿਆਣੇ ਵਾਲਾ ਨਸ਼ੇ ਦਾ ਪਰਚਾ ਕੈਂਸਲ ਕੀਤਾ ਸੀ। ਬਿਲਕੁਲ ਕੀਤਾ ਸੀ। ਐਸਐਸਪੀ ਫਰੀਦਕੋਟ ਕੋਲ ਉਹ ਇਨਕੁਆਇਰੀ ਗਈ ਸੀ। ਐਸਐਸਪੀ ਫਰੀਦਕੋਟ ਆਈਪੀਐਸ ਨਾਨਕ ਸਿੰਘ ਨੇ ਸਰਕਾਰ ਨੂੰ ਲਿਖਿਆ ਸੀ ਉਹਦੇ ਖਿਲਾਫ ਕਾਰਵਾਈ ਕਰਨ ਲਈ ਕਿ ਇਹ ਰਮਾਣਾ ਗਿਲਟੀ ਹੈ। ਉਸੇ ਰਮਾਣੇ ਨੇ ਇਸ ਪਰਚੇ ਨੂੰ ਕੈਂਸਲ ਕੀਤਾ ਤੇ ਦੁਬਾਰਾ ਕੈਂਸਲੇਸ਼ਨ ਮੂਵ ਕਰ ਦਿੱਤੀ ਗਈ। ਉਹੀ ਈਟੀਓ ਵਿਕਰਮਦੇਵ ਸਿੰਘ ਠਾਕੁਰ ਕਹਿੰਦਾ ਜੀ ਮੈਂ ਹੁਣ ਇਹਦੇ ਨਾਲ ਸਹਿਮਤ ਹਾਂ। ਦੇਖੋ ਕੀ ਇਹਨਾਂ ਨੇ ਖੇਡ ਬਣਾ ਕੇ ਰੱਖਤਾ ਜੀ ਕਾਨੂੰਨਾਂ ਨੂੰ। ਮਤਲਬ ਇਹ ਜਿਹੜੇ ਅਫਸਰ ਹੈ ਨਾ ਜੀ, ਅਫਸਰ ਇਹ ਖਾ ਗਏ ਸਾਡੇ ਮੁਲਕ ਨੂੰ। ਸਾਡੇ ਬੱਚਿਆਂ ਦਾ ਭਵਿੱਖ ਕੋਈ ਇੱਥੇ ਸੇਫ ਨਹੀਂ ਹੈਗਾ। ਅੱਜ ਮੈਂ ਕਹਿੰਦਾ ਜੀ ਤੁਸੀਂ ਮੈਂ ਵੀ ਆਰਟੀ ਪਾ ਦੂੰਗਾ, ਤੁਸੀਂ ਆਪਦੇ ਬਿਹਾਫ ਤੇ ਚੈੱਕ ਕਰ ਲਓ, 100 ਦੇ ਵਿੱਚੋਂ 95 ਡਾਕਟਰ ਜਿਹੜੇ ਅਫਸਰ ਨੇ ਆਪਦੇ ਬੱਚਿਆਂ ਨੂੰ ਅੱਜ ਫੋਰਨ ਭੇਜ ਚੁੱਕੇ ਆ, ਕਿਉਂਕਿ ਉਹਨਾਂ ਨੂੰ ਪੰਜਾਬ ਦਾ ਭਵਿੱਖ ਦਿਖ ਰਿਹਾ ਕੀ ਹੈ। ਤੁਸੀਂ ਦੇਖੋ ਗੁਰਜੀਤ ਸਿੰਘ ਰਮਾਣਾ ਜਿਹੜਾ ਪਹਿਲਾਂ ਹੀ ਇੱਕ ਇਨਕੁਆਇਰੀ ਫੇਸ ਕਰ ਰਿਹਾ ਹੈ, ਉਹਦੇ ਤੇ ਪਰਚਾ ਦਾ ਮਤਲਬ ਉਹਨੇ ਪਰਚਾ ਝੂਠਾ ਕੈਂਸਲ ਕੀਤਾ। ਇੱਕ ਆਈਪੀਐਸ ਅਫਸਰ ਨੇ ਇਨਕੁਆਇਰੀ ਕੀਤੀ, ਉਹਦੇ ਬਾਰੇ ਸਰਕਾਰ ਨੂੰ ਲਿਖਿਆ। ਸਾਡੇ ਕੋਲ ਤਾਂ ਇਹ ਵੀ ਰਿਪੋਰਟਾਂ ਨੇ, ਕਹਿੰਦੇ ਵੀ ਕਿਸੇ ਲੀਡਰ ਪੰਜਾਬ ਦੇ ਵਜ਼ੀਰ ਨੇ, ਮੌਜੂਦਾ ਸਰਕਾਰ ਦੇ ਵਜ਼ੀਰ ਨੇ ਪੈਸੇ ਲੈ ਕੇ ਉਹਦੀ ਫਾਈਲ ਦੱਬ ਲਈ, ਨਹੀਂ ਤਾਂ ਉਹਦੀ ਰਿਟਾਇਰਮੈਂਟ ਹੀ ਨਹੀਂ ਸਿਰੇ ਚੜ੍ਹਦੀ ਸੀ। ਉਸ ਤੋਂ ਬਾਅਦ ਜਿਹੜਾ ਮੇਰੇ ਤੇ ਕਾਤਲਾਨਾ ਹਮਲਾ ਹੋਇਆ 29 ਦਸੰਬਰ 2020 ਨੂੰ, ਅੱਛਾ, ਉਹਦੇ ਵਿੱਚ ਵੀ ਰਮਾਣਾ ਬਾਈ ਨੇਮ ਪਾਰਟੀ ਹੈ। ਠੀਕ ਹੈ। ਰਮਾਣਾ ਉਹਦੇ ਵਿੱਚ ਇਨਵੋਲਵ ਹੈ, ਸ਼ਰਾਬ ਮਾਫੀਆ ਨਾਲ ਮਿਲਿਆ ਹੋਇਆ ਸੀ। ਠੀਕ ਹੈ ਜੀ। ਉਹੀ ਰਮਾਣਾ ਹਾਈ ਕੋਰਟ ਦੇ ਵਿੱਚ ਜਾ ਕੇ ਮੇਰੇ ਉਲਟ ਰਿਪੋਰਟਾਂ ਦਿੰਦਾ ਪਿਆ। ਮੈਂ ਹਾਈ ਕੋਰਟ ਨੂੰ ਕਿਹਾ, ਹਾਈ ਕੋਰਟ ਦਾ ਜੱਜ ਹੱਸਣ ਲੱਗ ਗਿਆ। ਉਹ ਕਹਿੰਦਾ ਜੀ ਕਰੀਏ ਕੀ। ਮਤਲਬ ਇੰਨਾ ਕਰਪਟ ਸਿਸਟਮ ਹੈ। ਤੁਸੀਂ ਕਿਸੇ ਅਫਸਰ ਦੇ ਖਿਲਾਫ ਕੰਪਲੇਂਟ ਕਰਕੇ ਦੇਖੋ, ਉਹ ਉੱਪਰਲੇ ਅਫਸਰ ਪਤਾ ਨਹੀਂ ਕਿਹੋ ਜਿਹੇ ਨਲਾਇਕ ਬੈਠੇ ਆ। ਉਹ ਉੱਪਰਲਾ ਅਫਸਰ ਜਿਹਦੇ ਖਿਲਾਫ ਇਨਕੁਆਇਰੀ ਹੁੰਦੀ ਹੈ ਉਸੇ ਕੋਲ ਇਨਕੁਆਇਰੀ ਭੇਜ ਦਿੰਦਾ ਵੀ ਆਪਦੀ ਇਨਕੁਆਇਰੀ ਆਪ ਕਰ ਲਾ, ਆਪਦੇ ਸਿਰ ਤੇ ਆਪ ਹੱਥ ਫੇਰ ਲਾ, ਵੀ ਉਹ ਕਹਿੰਦੇ ਆਪੇ ਬੁੱਢ ਸੁਹਾਗਣ ਕਹਿ ਲਾ। ਹਾਂਜੀ, ਆਪੇ ਪੈਰੀ ਹੱਥ ਲਾ ਤੇ ਆਪੇ ਬੁੱਢ ਸੁਹਾਗਣ। ਹਾਂਜੀ, ਤਾਂ ਇਹ ਜਿਹੜੀ ਅਫਸਰਸ਼ਾਹੀ ਆ ਪੰਜਾਬ ਦੀ, ਅੱਜ ਲੋਕਾਂ ਨੂੰ ਇਹਦੇ ਉੱਤੇ ਸੋਚਣ ਦੀ ਲੋੜ ਹੈ। ਤੁਹਾਨੂੰ ਕੋਈ ਵੀ ਕਰਪਸ਼ਨ ਕਰਦਾ ਅਫਸਰ ਨਜ਼ਰ ਆਉਂਦਾ, ਇਹਦੇ ਖਿਲਾਫ ਆਵਾਜ਼ ਉਠਾਓ। ਠੀਕ ਹੈ, ਆਵਾਜ਼ ਉਠਾਓ। ਮੈਂ ਤੁਹਾਨੂੰ 3 ਉਦਾਹਰਨਾਂ ਦੇ ਸਕਦਾ ਜਿਹੜੀਆਂ ਮੇਰੇ ਕੋਲੇ ਔਨ ਰਿਕਾਰਡ ਨੇ। ਹਾਂਜੀ। ਪੰਜਾਬ ਵਿਜੀਲੈਂਸ ਵਿਭਾਗ ਦੀ ਗੱਲ ਕਰੀਏ ਆਪਾਂ। ਠੀਕ ਹੈ। ਐਸਐਸਪੀ ਬਠਿੰਡਾ ਜਿਹੜਾ ਹੁਣ ਹੈਗਾ ਆਪਣਾ ਦੇਸ ਰਾਜ, ਤੁਸੀਂ ਇਸੇ ਨੂੰ ਜਾ ਕੇ ਪੁੱਛ ਲਿਓ ਵੀ ਆਹ ਤੇਰੇ ਕੋਲ ਪਈਆਂ ਤੇ ਇਹਨਾਂ ਦਾ ਕੀ ਕੀਤਾ। ਔਨ ਰਿਕਾਰਡ ਆਡੀਓ ਰਿਕਾਰਡਿੰਗਾਂ ਨੇ ਨਾਲ। ਪਰ ਸਰ ਇੱਥੇ ਇਹ ਚਾਹੇ ਵਿਜੀਲੈਂਸ ਵਿਭਾਗ ਹੈ, ਚਾਹੇ ਕੋਈ ਵੀ ਅਫਸਰ, ਇਹ ਸਰਕਾਰਾਂ ਦੇ ਅਧੀਨ ਨੇ। ਦੇਖੋ ਨਵਜੋਤ ਸਿੰਘ ਸਿੱਧੂ ਨੇ ਇੱਕ ਗੱਲ ਬੋਲੀ ਸੀ, ਕਹਿੰਦਾ ਅਫਸਰ ਮਤਲਬ ਸਰਕਾਰ। ਅਫਸਰ ਦੀ ਕੀ ਜ਼ਰੂਰਤ ਹੈ? ਅਫਸਰ ਨੂੰ ਆਦੀ ਵਧੀਆ ਪੋਸਟਿੰਗ ਨਾਲ ਮਤਲਬ ਹੈ, ਅਫਸਰ ਨੂੰ ਮਲਾਈਦਾਰ ਮਹਿਕਮੇ ਨਾਲ ਮਤਲਬ ਹੈ। ਅਫਸਰ ਨੂੰ ਤਾਂ ਕੋਈ ਮਤਲਬ ਨਹੀਂ ਸਰਕਾਰ ਕੀ ਕਰਾਉਂਦੀ ਹੈ ਕੀ ਨਹੀਂ ਕਰਾਉਂਦੀ। ਸਹੀ ਹੈ। ਹਾਂਜੀ, ਹੁਣ ਤੁਸੀਂ ਦੇਖੋ ਇੱਥੇ ਐਸਐਚਓ ਪੀਟੀ ਹੈ ਇਹਨਾਂ ਦਾ, ਥਾਣਾ ਸਿਵਲ ਲਾਈਨ ਦਾ। ਠੀਕ ਹੈ। ਮਤਲਬ ਇੱਕ ਨਸ਼ਾ ਤਸਕਰ ਪੇਸ਼ ਹੁੰਦਾ, ਕਹਿੰਦਾ ਮੈਂ 102 ਕਿਲੋ ਗਾਂਜਾ ਵੇਚਤਾ। 102 ਕਿਲੋ ਗਾਂਜਾ ਵੇਚ ਕੇ ਕਹਿੰਦਾ ਇੰਸਪੈਕਟਰ ਰਵਿੰਦਰ ਸਿੰਘ ਭੀਟੀ ਨੇ ਨਸ਼ਾ ਬਕਵਾਇਆ। ਹਾਂਜੀ, ਨਾਮ ਲੈਂਦਾ ਸ਼ਰੇਆਮ। ਹਾਂਜੀ, ਤੇ ਉਹ ਕਹਿੰਦੇ ਟੋਬੇ ਦਾ ਗਵਾਹ ਡੱਡੂ, ਉਹਦਾ ਜਿਹੜਾ ਖਾਸਮ ਖਾਸ ਯਾਰ ਹੈ ਡੀਐਸਪੀ ਆਸ਼ਵੰਤ ਸਿੰਘ, ਉਹਨੂੰ ਉਹਦੀ ਇਨਕੁਆਇਰੀ ਦੇਤੀ ਭੀਟੀ ਦੀ।
ਕੀ ਲੋਕ ਉਮੀਦ ਕਰਨ ਕਿ ਆਸ਼ਵੰਤ ਸਿੰਘ ਡੀਐਸ ਇੰਸਪੈਕਟਰ ਰਵਿੰਦਰ ਸਿੰਘ ਭੀਟੀ ਦੇ ਖਿਲਾਫ ਕਾਰਵਾਈ ਕਰੂਗਾ? ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ, ਇਹ ਉਹ ਇੰਸਪੈਕਟਰ ਰਵਿੰਦਰ ਸਿੰਘ ਭੀਟੀ ਹੈ ਜਿਹੜਾ 9 ਸਾਲਾਂ ਵਿੱਚ ਸਿਪਾਹੀ ਤੋਂ ਇੰਸਪੈਕਟਰ ਬਣਿਆ। 9 ਸਾਲਾਂ ਵਿੱਚ? ਸਿਰਫ 9 ਸਾਲਾਂ ਵਿੱਚ ਜੀ, ਸਿਪਾਹੀ ਤੋਂ ਇੰਸਪੈਕਟਰ ਤੱਕ। ਹਾਂਜੀ, ਤੁਸੀਂ ਪੰਜਾਬ ਪੁਲਿਸ ਦੇ ਵਿੱਚ ਦੇਖ ਲਓ, ਐਡੇ ਮਿਹਨਤੀ ਅਫਸਰ ਨੇ ਜਿਹੜੇ 20-30 ਸਾਲ ਹੋ ਗਏ ਧੱਕੇ ਖਾਂਦਿਆਂ ਨੂੰ, ਹੈੱਡ ਕਾਂਸਟੇਬਲ ਮਸਾਂ ਬਣੇ ਨੇ, ASI ਮਸਾਂ ਬਣੇ ਨੇ, ਮੁਸ਼ਕਲ ਨਾਲ। ਠੀਕ ਹੈ ਜੀ। ਤਾਂ ਇਹ ਜਿਹੜੇ ਇੰਸਪੈਕਟਰ ਰਵਿੰਦਰ ਸਿੰਘ ਭੀਟੀ ਵਰਗੇ ਕਰਪਟ ਅਫਸਰ ਨੇ, ਦੇਖੋ ਇਹ ਬਹੁਤ ਵੱਡੇ ਜਾਂਚ ਦਾ ਵਿਸ਼ੇ ਨੇ। ਇਹ ਅਫਸਰਾਂ ਨੂੰ ਕਿਵੇਂ ਪ੍ਰਮੋਸ਼ਨਾਂ ਮਿਲਦੀਆਂ, ਕਿਵੇਂ ਇੱਕ ਆਮ 8-10 ਕਿੱਲਿਆਂ ਵਾਲਾ ਜੱਟ 12 ਸਾਲਾਂ ਦੇ ਵਿੱਚ 50 ਕਿੱਲਿਆਂ ਦਾ ਮਾਲਕ ਬਣ ਜਾਂਦਾ ਹੈ, ਕਿਵੇਂ ਆਮ 10 ਕਿੱਲਿਆਂ ਵਾਲਾ ਜੱਟ ਮਤਲਬ 5 ਤੋਂ 7 ਫਲੈਟਾਂ ਦਾ ਮਾਲਕ ਬਣ ਜਾਂਦਾ, ਕਿਵੇਂ ਉਹਦੇ ਕੋਲ ਮੁਹਾਲੀ ਦੇ ਵਿੱਚ ਫਲੈਟ ਬਣ ਜਾਂਦੇ ਆ, ਕਿਵੇਂ ਉਹਦੇ ਕੋਲ ਮਲੋਟ ਸ਼ਹਿਰ 'ਚ ਪ੍ਰਾਪਰਟੀ ਬਣ ਜਾਂਦੀ ਹੈ, ਕਿਵੇਂ ਉਹਦੇ ਕੋਲ ਬਠਿੰਡੇ 'ਚ ਫਲੈਟ ਬਣ ਜਾਂਦੇ ਨੇ, ਕਿਵੇਂ ਉਹਨੇ ਪਿਛਲੇ 3 ਸਾਲਾਂ ਦੇ ਵਿੱਚ 20 ਕਿੱਲੇ ਹੋਰ ਲੈ ਲਏ, ਪਰ ਪੁੱਛਣ ਵਾਲਾ ਹੀ ਕੋਈ ਨਹੀਂ। ਤਾਂ ਇਹ ਬਹੁਤ ਵੱਡਾ ਗਿਰੋਹ ਹੈ ਜੀ। ਸਾਡਾ ਦੁਰਭਾਗਯ ਇਹ ਹੈ, ਮਤਲਬ ਮੈਂ 3 ਕੈਟਾਗਰੀਆਂ ਨੇ ਚੋਰਾਂ ਦੀਆਂ ਜੀ। ਠੀਕ ਹੈ। ABC। ਇਹ 'ਚ ਕਿਹੜੇ ਆ ਗਏ? A 'ਚ ਆ ਗਏ ਲੀਡਰ। ਠੀਕ ਹੈ। B 'ਚ ਆ ਗਏ ਕਲਾਸ 1 ਅਫਸਰ। ਠੀਕ ਹੈ। C ਦੇ ਵਿੱਚ ਆ ਗਏ ਆਮ ਅਫਸਰ ਜਾਂ ਆਮ ਪਬਲਿਕ ਜਿਹੜੀ ਇਹਨਾਂ ਲਈ ਪੈਸੇ, ਇਹ A ਤੇ B ਲਈ ਪੈਸੇ ਇਕੱਠੇ ਕਰਕੇ ਭੇਜਦੀ ਹੈ। ਇਕੱਠੇ ਕਰਕੇ ਭੇਜਦੀ ਹੈ। ਹਾਂਜੀ। ਤੁਸੀਂ C ਦੀ ਕੰਪਲੇਂਟ ਕਰਤੀ, ਗਈ B ਕੋਲੇ। B ਨੂੰ ਉਹਦਾ ਹਿੱਸਾ ਪਹਿਲਾਂ ਪਹੁੰਚ ਚੁੱਕਿਆ ਹੁੰਦਾ, ਉਹ ਬੋਲਦਾ ਨਹੀਂ, ਤੇ ਜੇ ਉਹਦਾ ਹਿੱਸਾ ਨਹੀਂ ਪਹੁੰਚਿਆ ਫਿਰ ਉਹਦੀ ਬਾਂਹ ਮਰੋੜਦਾ ਵੀ ਲਿਆ ਨਹੀਂ ਪਰਚਾ ਦਿੰਨਾ। ਠੀਕ ਹੈ ਜੀ। ਫਿਰ ਵਾਰੀ ਆ ਜਾਂਦੀ ਹੈ A ਦੀ। ਇਹ ਦੇਖਦਾ ਵੀ ਮੈਨੂੰ ਇਹ ਜਿਹੜਾ ਰੌਲਾ ਪਿਆ ਇਹ ਪੈਸੇ ਪਹੁੰਚ ਸਕਦੇ, ਫਿਰ ਉਹ ਆਪਦੀਆਂ ਡਾਇਰੀਆਂ ਚੈੱਕ ਕਰਦਾ। ਹੈ ਵੀ ਆਹ ਕੰਮ 'ਚੋਂ ਇੰਨੇ ਪੈਸੇ ਆ ਗਏ ਸੀ ਕਿ ਨਹੀਂ। ਜੇ ਆ ਗਏ ਸੀ ਤਾਂ ਉਹ ਕਹਿੰਦਾ ਨਹੀਂ ਯਾਰ ਠੱਪੋ ਇਹਨੂੰ ਮਸਲੇ ਨੂੰ, B ਨੂੰ ਚੁੱਪ ਕਰਾ ਦਿੰਦਾ। ਤਾਂ ਅਸੀਂ ਜਾਈਏ ਕਿਹਦੇ ਕੋਲੇ? ਦੁੱਖ ਕਿਹਨੂੰ ਦੱਸੀਏ? ਦੁੱਖ ਕਿਹਨੂੰ ਦੱਸੀਏ? ਤੁਸੀਂ ਅੱਜ ਹਾਈ ਕੋਰਟ ਦੇ ਵਿੱਚ ਵੀ ਜਾਣਾ, ਹਾਈ ਕੋਰਟ ਅਸੀਂ ਕਿਹੜੇ ਮੈਟਰ ਨੂੰ ਲੈ ਕੇ ਜਾਈਏ? ਸਹੀ ਹੈ। ਹਾਈ ਕੋਰਟ ਕਹਿੰਦੀ ਇਨਵੈਸਟੀਗੇਸ਼ਨ ਏਜੰਸੀਜ਼ ਬੈਠੀਆਂ ਥੱਲੇ, ਯਾਰ ਥੱਲੇ ਫੋਰਸਿਸ ਬੈਠੀਆਂ, ਸਾਨੂੰ ਬਿਲੀਵ ਹੈ। ਅਸੀਂ ਰਮਾਣੇ ਬਾਰੇ ਪਿੱਟੇ, ਉਹ ਕਹਿੰਦੇ ਤੁਸੀਂ ਇਹਦੇ ਬਾਰੇ ਲਿਖਤੀ ਦਿਓ। ਅਸੀਂ ਕਹੇ ਜੀ ਕਿਹਨੂੰ ਦਈਏ ਸ਼ਿਕਾਇਤ? ਕਿਹਦੇ ਕੋਲੇ ਕਰੀਏ? ਕਿਹਦੇ ਕੋਲ? ਦੇਖੋ ਇਹ ਬੜਾ ਕਰਪਟ ਸਿਸਟਮ ਹੈ। ਮਤਲਬ ਇੱਕ ਟਾਈਮ ਆ ਜਾਂਦਾ ਜਦੋਂ ਤੁਸੀਂ ਸਿਸਟਮ ਤੋਂ ਹਾਰ ਜਾਂਦੇ ਹੋ। ਜਿਹਨੂੰ ਕਿਹਾ ਜਾਂਦਾ ਨਾ, ਤੁਹਾਡੇ ਵੈਲ ਵਿਸ਼ਰ ਜਿਹੜੇ ਹੁੰਦੇ ਆ ਤੁਹਾਨੂੰ ਸਮਝਾਉਂਦੇ ਆ ਵੀ ਉਹ ਕੀ ਪਿਆ ਇਹਨਾਂ ਕੰਮਾਂ 'ਚ, ਉਹ ਕਾਹਨੂੰ ਫਿਰਦਾ ਇਹਨਾਂ ਕੰਮਾਂ 'ਚ, ਉਹ ਆਪਦੀ ਤਾਂ ਸੱਚੇ ਨੇ ਜੀ। ਤੁਹਾਨੂੰ ਕੀ ਲੱਗਦਾ ਅੱਜ ਤੋਂ ਪਹਿਲਾਂ ਕੋਈ ਸੰਦੀਪ ਪਾਠਕ ਨਹੀਂ ਸੀਗੇ? ਬਹੁਤ ਸੰਦੀਪ ਪਾਠਕ ਹੋਏ ਹੋਣਗੇ, ਬਿਲਕੁਲ। ਮੇਰੇ ਤੋਂ ਬਾਅਦ ਵੀ ਬਥੇਰੇ ਸੰਦੀਪ ਪਾਠਕ ਹੋਣੇ ਆ। ਪਰ ਇਹ ਕਰਪਟ ਸਿਸਟਮਾਂ ਨੇ ਸਾਰਾ ਕੁਛ ਐਂ ਦਬਾਉਂਦੇ ਤੁਰੇ ਜਾਣਾ। ਇੱਕ ਆਪਾਂ ਗੱਲ ਕਰ ਰਹੇ ਸੀ, ਜਿਵੇਂ ਤੁਸੀਂ ਕਿਹਾ ਕਿ ਅਫਸਰਸ਼ਾਹੀ ਵੀ, ਜਿਵੇਂ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਗਿਆ ਕਿ ਸਰਕਾਰ ਨੇ ਹੀ ਅਫਸਰ ਲਾਉਣੇ ਹੁੰਦੇ ਆ। ਕਿਤੇ ਨਾ ਕਿਤੇ ਗੱਲ ਤਾਂ ਫਿਰ ਉਹੀ ਆ ਜਾਂਦੀ, ਜਿਵੇਂ ਬਠਿੰਡਾ ਦੇ ਵਿੱਚ ਐਡਾ ਵੱਡੇ ਪੱਧਰ 'ਤੇ ਚੱਲ ਰਿਹਾ, ਤਾਂ ਬਠਿੰਡਾ ਦਾ ਇਸ ਵਕਤ ਜਿਹੜਾ ਸਾਰਾ ਕੁਝ ਸਾਂਭਿਆ ਹੋਇਆ ਉਹ ਮਨਪ੍ਰੀਤ ਸਿੰਘ ਬਾਦਲ ਨੇ ਸਾਂਭਿਆ ਹੋਇਆ। ਅਤੇ ਨਾਲ ਹੀ ਕਿਹਾ ਜਾਂਦਾ ਕਿ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੈ ਜੋ ਜੈਜੀਤ ਸਿੰਘ ਜੌਲ, ਉਹਨਾਂ ਦੇ ਫਿਰ ਅਫਸਰ ਇੰਨੇ ਬੇਲਗਾਮ ਹੈ ਕਿ ਇਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਹੈ। ਬਿਲਕੁਲ ਜੀ, ਅਫਸਰ ਵੀ ਬੇਲਗਾਮ ਹੋ ਚੁੱਕੇ ਆ। ਦੇਖੋ ਇੱਕ ਸਿਸਟਮ ਹੁੰਦਾ, ਜਦੋਂ ਤੁਸੀਂ ਨਾ ਪੁੱਤ ਨੂੰ ਬੜੇ ਪਿਆਰ ਨਾਲ ਪਾਲਦੇ ਹੋ, ਉਹਨੂੰ ਸਾਰੀਆਂ ਉਹਦੀਆਂ ਸੁਵਿਧਾਵਾਂ ਦਿੰਦੇ ਹੋ ਕਿ ਤੁਹਾਨੂੰ ਆਪਦੇ ਬੁਢਾਪੇ ਦਾ ਸਹਾਰਾ ਦਿਖਦਾ ਹੁੰਦਾ। ਉਹ ਪੁੱਤ ਜਦੋਂ ਜਵਾਨੀ 'ਚ ਪੈਰ ਧਰਦਾ, ਜਦੋਂ ਉਹਨੂੰ ਸਿਸਟਮ ਦੀ ਸਮਝ ਆ ਜਾਂਦੀ ਹੈ, ਜਦੋਂ ਉਹਨੂੰ ਪਤਾ ਹੁੰਦਾ ਵੀ ਇਹ ਡਿਪੈਂਡ ਮੇਰੇ ਤੇ ਹੀ ਨਹੀਂ, ਹਾਂਜੀ, ਫਿਰ ਉਹ ਅੱਖਾਂ ਦਿਖਾਉਣ ਲੱਗ ਜਾਂਦਾ। ਤਾਂ ਅਫਸਰ ਜਿਹੜੇ ਨੇ ਲੀਡਰਾਂ ਦੀ ਵਿਗੜੀ ਹੋਈ ਔਲਾਦ ਨੇ, ਜਿਹੜੇ ਹੁਣ ਇਹਨਾਂ ਦੇ ਹੱਥੋਂ ਬਾਹਰ ਹੋ ਚੁੱਕੇ ਹੈ, ਤੇ ਮੋਹ ਵਸ਼ ਲਾ ਲਓ, ਕਹਿੰਦੇ ਹੁੰਦੇ ਨਾ ਪੁੱਤਰ ਮੋਹ ਹੈ। ਹਾਂਜੀ। ਤੇ ਅਫਸਰ ਜਿਹੜੇ ਨੇ ਲੀਡਰਾਂ ਦੇ ਪੁੱਤਰ ਨੇ, ਇਹ ਪੁੱਤਰ ਮੋਹ 'ਚ ਫਸੇ ਹੋਏ ਨੇ, ਜਾਂ ਇਹਨਾਂ ਨੂੰ ਪਤਾ ਵੀ ਐਦੂ ਵਾਲਾ ਉਦੂ ਹਰਾਮੀ ਹੈ, ਇੱਥੇ ਲਾਵਾਂ ਕਿਹਨੂੰ। ਤਾਂ ਇਹ ਦੇਖਦੇ ਨੇ ਵੀ ਜਿਹੜਾ ਕੁਛ ਕਰੀ ਜਾਂਦਾ ਠੀਕ ਹੈ, ਪਰ ਮੈਂ ਦੇਖਾਂ ਵੀ ਮੇਰੇ ਕੰਮ ਤਾਂ ਨਹੀਂ ਮੋੜਦਾ। ਤੇ ਤੁਸੀਂ ਕਿਹੜੇ ਜਸਵਿੰਦਰ ਸਿੰਘ ਜੁਗਨੂ ਤੇ ਕਾਰਵਾਈ ਦੀ ਉਮੀਦ ਕਰ ਰਹੇ ਹੋ ਜੀ? ਤੁਹਾਨੂੰ ਕੀ ਲੱਗਦਾ ਜਿਹੜਾ 150-200 ਕਰੋੜ ਉਹ ਇਕੱਲਾ ਖਾ ਗਿਆ? 150-200 ਕਰੋੜ ਤਾਂ ਇਕੱਲੇ ਨੂੰ ਪਹੁੰਚਾਉਣਾ ਬੜਾ ਔਖਾ ਜੀ, ਉਹ ਵੀ 1 ਸਾਲ ਦੇ ਵਿੱਚ। 150-200 ਕਰੋੜ ਦੇ ਵਿੱਚੋਂ ਉਹਦੇ ਕੋਲ ਬਾਹਲਾ ਨਹੀਂ, ਮਤਲਬ 50 ਤੋਂ 70% ਤਾਂ ਵੰਡਣਾ ਪਿਆ ਹੋਣਾ। ਬਿਲਕੁਲ। ਉਹਦੇ ਕੋਲੇ ਤਾਂ ਜੇ ਤੁਸੀਂ ਕਹੋ 30 ਤੋਂ 50 ਕਰੋੜ ਹੀ ਆਇਆ ਹੋਣਾ। ਤਾਂ
ਇਹ ਬਹੁਤ ਵੱਡੇ ਮਤਲਬ ਗਰੁੱਪ ਨੇ ਜੀ, ਬਹੁਤ ਵੱਡੇ ਮਗਰਮੱਛ ਨੇ। ਇਹਨਾਂ ਨੂੰ ਕਾਰਵਾਈ ਹੋਊਗੀ। ਜਿਵੇਂ ਮੈਂ ਤੁਹਾਨੂੰ ਦੱਸਦਾ, ਹੁਣ ਮੈਂ 6 ਮਾਰਚ ਨੂੰ ਕੰਪਲੇਂਟ ਕੀਤੀ, ਹਾਂਜੀ, ਤਾਂ ਮੇਰੇ ਬਿਆਨ ਦਰਜ ਹੀ 10 ਸਤੰਬਰ ਨੂੰ ਹੋਏ। 10 ਸਤੰਬਰ ਨੂੰ ਬਿਆਨ ਦਰਜ ਹੋ ਗਏ ਤਾਂ ਮੇਰਾ ਇੱਕ ਉਹ ਸੀਗਾ ਵੀ ਮੈਂ 90 ਦਿਨਾਂ ਬਾਅਦ ਹਾਈ ਕੋਰਟ ਜਾਊਂਗਾ PIL 'ਚ। ਮੈਂ ਸਾਰੇ ਮਤਲਬ ਸਟੈਪ ਬਾਈ ਸਟੈਪ ਚੱਲਣਾ ਚਾਹੁੰਦਾ ਸੀ, ਕਿਤੇ ਹਾਈ ਕੋਰਟ ਮੈਨੂੰ ਇਹ ਨਾ ਕਹਦੇ ਪਹਿਲਾਂ ਆਹ ਪ੍ਰੋਸੀਜਰ ਅਡਾਪਟ ਕਰੋ। ਬਿਲਕੁਲ। ਮੈਂ ਪਹਿਲਾਂ ਇਨਕੁਆਰੀ ਲਵਾਈ, ਇਨਕੁਆਰੀ ਦੇ ਵਿੱਚ ਆਪਦੇ ਬਿਆਨ ਦਰਜ ਕਰਵਾਤੇ, ਵਿਦ ਐਵੀਡੈਂਸ ਸਾਰੇ ਦੇਤੇ। ਤੁਸੀਂ ਦੇਖੋ ਵੀ 2.5 ਮਹੀਨਿਆਂ ਬਾਅਦ ਅਫਸਰ ਮੈਨੂੰ ਕਹਿੰਦਾ ਵੀ ਜੀ ਆਪ ਤੁਹਾਨੂੰ ਸਟੇਟਮੈਂਟ ਦਾ ਆਖਰੀ ਮੌਕਾ ਦਿੱਤਾ ਗਿਆ ਸੀਗਾ, ਮੌਕਾ ਦਿਓ, ਨਹੀਂ ਦਾਖਲ ਦਫ਼ਤਰ ਕਰ ਦਾਂਗੇ। ਫਿਰ ਮੈਨੂੰ ਲੈਟਰ ਲਿਖ ਕੇ ਭੇਜ। ਮੈਂ ਕਿਹਾ ਜੀ 10 ਸਤੰਬਰ ਨੂੰ ਮੈਂ ਆਪਦੇ ਬਿਆਨ ਦਰਜ ਕਰਵਾਏ ਸੀਗੇ। ਹਾਂਜੀ। ਮੇਰੇ ਜਿਹੜੇ ਬਿਆਨ ਦਰਜ ਹੋਏ ਸੀਗੇ, ਹਾਂਜੀ, ਉਹ ਵਿਦ ਐਵੀਡੈਂਸ ਹੋਏ ਸੀਗੇ, ਜਿਹਦੀ ਮੇਰੇ ਕੋਲ ਰਿਸੀਵਿੰਗ ਹੈ। ਤੇ ਜੇ ਤੁਹਾਡੇ ਕੋਲ ਮੇਰੇ ਬਿਆਨ ਨਹੀਂ ਹੈਗੇ ਤੇ ਐਵੀਡੈਂਸ ਨਹੀਂ ਹੈਗੇ, ਤਾਂ ਜਿਹੜੇ ਅਫਸਰਾਂ ਕੋਲ ਫਾਈਲ ਰਹੀ ਹੈ, ਹਾਂਜੀ, ਕਿਰਪਾ ਕਰਕੇ ਉਹਨਾਂ ਦੇ ਉੱਤੇ ਜਾਂਚ ਨੂੰ ਪ੍ਰਭਾਵਿਤ ਕਰਨ ਦਾ, ਡਾਕੂਮੈਂਟਸ ਨੂੰ ਗਾਇਬ ਕਰਨ ਦਾ ਪਰਚਾ ਦਰਜ ਕੀਤਾ ਜਾਵੇ ਤੇ ਵਿਜੀਲੈਂਸ ਜਾਂਚ ਉਹਦੀ ਆਰੰਭੀ ਜਾਵੇ। 3 ਘੰਟਿਆਂ ਬਾਅਦ ਮੈਨੂੰ ਫੋਨ ਆ ਗਿਆ, ਬਿਆਨ ਲੱਭ ਗਏ ਜੀ, ਤੁਹਾਡੇ ਬਿਆਨਾਂ ਦੀ ਲੋੜ ਨਹੀਂ। ਬਿਆਨਾਂ ਦੀ ਲੋੜ। ਇਹ ਜਿਹੜਾ ਸਿੱਧੂ ਸਾਹਿਬ ਸਿਸਟਮ ਕਰਪਟ ਹੋ ਚੁੱਕਿਆ। ਜਿੰਨਾ ਬਚਾਉਣ ਦੀ ਕੋਸ਼ਿਸ਼ ਕਰ ਸਕਦੇ ਆ ਕਰਦੇ ਆ। ਤੁਸੀਂ ਇਹ ਦੇਖੋ, ਮੈਂ ਤਾਂ ਕਾਨੂੰਨ ਦਾ ਜਾਣਕਾਰ ਹਾਂ ਜੀ। ਬਿਲਕੁਲ। ਮੈਂ ਤਾਂ ਘਰੋਂ ਸਰਦਾ ਵਰਦਾ। ਹਾਂਜੀ, ਮੈਂ ਆਪਦੇ ਪੱਲਿਓ ਪੈਸੇ ਵੀ ਲਾਈ ਜਾਂਦਾ। ਤੁਸੀਂ ਦੇਖੋ, ਪਟਿਆਲੇ ਦੇ 6 ਗੇੜੇ ਲੱਗ ਗਏ ਮੇਰੇ। ਬਿਲਕੁਲ। ਹਾਈ ਕੋਰਟ ਦੇ ਮੇਰੇ 4 ਗੇੜੇ ਲੱਗ ਗਏ। ਇੱਕ ਗੇੜਾ ਜੀ 8 ਤੋਂ 10,000 ਰੁਪਏ ਦਾ ਪੈਂਦਾ। ਮੌਜ ਨਾਲ। ਹਾਂਜੀ, ਬਿਲਕੁਲ। ਮਤਲਬ ਲੱਖ ਤੋਂ 1.5 ਲੱਖ ਰੁਪਏ ਮੇਰਾ ਹਜੇ ਤੱਕ ਇਹਦੇ ਤੇ ਲੱਗ ਗਿਆ, ਇਕੱਲੇ ਗੇੜਿਆਂ ਤੇ। ਮੈਥੋਂ ਵਕੀਲ ਵਿਚਾਰਾ ਕੋਈ ਪੈਸੇ ਨਹੀਂ ਲੈ ਰਿਹਾ ਹਜੇ। ਮੇਰਾ ਹੋਰ ਕਾਗਜ਼ਾਂ ਪੱਤਰਾਂ ਤੇ, ਮੇਰਾ ਟਾਈਪ ਤੇ ਕਿਸੇ ਦਾ ਖਰਚਾ ਨਹੀਂ ਆਉਂਦਾ। ਮਤਲਬ ਆਮ ਬੰਦਾ ਕਿੱਥੋਂ ਇਹ ਚੀਜ਼ਾਂ ਕਰ ਲਊਗਾ? ਕਿੱਥੇ ਲੜੂਗਾ? ਇਹ ਤਾਂ ਮਾਰ ਦਿੰਦੇ ਆ ਜੀ, ਗੇੜੇ ਲਵਾ ਵੀ ਕਿੰਨੇ ਕੁ ਗੇੜੇ ਲਾਉਂਦਾ ਵੇਖਦੇ ਆ। ਉਹ ਇੱਕ ਫਿਲਮ ਵੀ ਆਈ ਸੀ, ਸ਼ਾਇਦ ਮੇਰੇ ਧਿਆਨ ਦੇ ਵਿੱਚ ਹੈ, ਸੰਨੀ ਦਿਓਲ ਦੀ ਕੋਈ ਸੀਗੀ। ਹਾਂਜੀ। ਕਿ ਉਹ ਇੱਕ ਕਤਲ ਦਾ ਗਵਾਹ ਬਣ ਜਾਂਦਾ ਹੁੰਦਾ, ਉਹਦਾ ਪਿਓ। ਹਾਂਜੀ। ਤੇ ਉਹਦੇ ਵਿੱਚ ਫਿਰ ਉਹਨੂੰ ਮਤਲਬ ਪੁਲਿਸ ਇੰਨੇ ਤਰੀਕੇ ਦੇ ਨਾਲ ਕਦੋਂ ਆਏ ਕਦੋਂ ਗਏ, ਰਾਤ ਨੂੰ ਵੀ ਘੇਰ ਕੇ ਉਹ ਸਾਰਾ ਕੁਝ ਅਜਿਹਾ ਕੁਝ ਹੀ ਫਿਰ ਇਹੀ ਵਾਪਰਦਾ ਅਸਲ ਜ਼ਿੰਦਗੀ ਦੇ ਵਿੱਚ ਵੀ। ਤੁਸੀਂ ਇਹ ਦੇਖੋ ਜੀ, ਪਹਿਲਾਂ ਮੈਨੂੰ ਪਰੇਸ਼ਾਨ ਕੀਤਾ ਗਿਆ, ਮੈਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ, ਮੇਰੇ ਉੱਤੇ ਅਟੈਕ ਕਰਵਾਇਆ ਗਿਆ। ਮੈਂ ਉਦੋਂ ਬਾਅਦ ਵੀ ਨਹੀਂ ਟਿਕਿਆ। ਫਿਰ ਮੈਨੂੰ ਲਾਲਚ ਬਥੇਰੇ ਦਿੱਤੇ ਗਏ, ਮੈਂ ਫਿਰ ਵੀ ਨਹੀਂ ਟਿਕਿਆ ਗਿਆ। ਉਦੋਂ ਬਾਅਦ ਆ ਜਿਹੜੀ ਕੋਠੀ 'ਚ ਆਪਾਂ ਬੈਠੇ ਆ, ਇਹ ਕੋਠੀ ਨੂੰ ਆਊਟ ਆਫ ਦਾ ਵੇ ਜਾ ਕੇ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਮੈਂ ਹਾਈ ਕੋਰਟੋਂ ਸਟੇ ਲਿਆਇਆ। ਮਤਲਬ ਇੰਨਾ ਵੀ ਗਿਰਿਆ ਜਾ ਸਕਦਾ। ਮੇਰੀ ਸਰਕਾਰੀ ਕੋਠੀ ਜਿਹੜੀ ਮੇਰੀ ਵਾਈਫ ਨੂੰ ਲੋਟ ਹੋਈ ਵੀ ਹੈ, ਹਾਂਜੀ, ਕੋਠੀ ਖਾਲੀ ਕਰਾਉਣ ਦੀ ਕੋਸ਼ਿਸ਼ ਤੁਸੀਂ ਮੰਨ ਸਕਦੇ ਹੋ? ਆਪਾਂ ਕਹਿੰਦੇ ਸਰਕਾਰੀ ਘਰ ਹੈ, ਜਿੰਨੀ ਦੇਰ ਨੌਕਰੀ ਹੈ ਜਾਂ ਟਰਾਂਸਫਰ ਨਹੀਂ ਹੁੰਦੀ ਕੌਣ ਖਾਲੀ ਕਰਾ ਲੂ? ਪਰ ਇੱਥੇ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਹੋਰ ਨਹੀਂ, ਮੇਰੀ ਵਾਈਫ ਨੂੰ ਹੋਰ ਬਹੁਤ ਤਰੀਕੇ ਨਾਲ ਮੇਰੀ ਵਾਈਫ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਮੈਂ ਸੈਲਿਊਟ ਕਰਦਾ ਆਪਦੀ ਵਾਈਫ ਨੂੰ, ਉਹਦੇ ਜਜ਼ਬੇ ਨੂੰ। ਉਹਨੇ ਮੈਨੂੰ ਇੱਕੋ ਗੱਲ ਕਹੀ ਕਿ ਸੰਦੀਪ, ਜੇ ਤੁਸੀਂ ਸਹੀ ਹੋਣਾ, ਪਿੱਛੇ ਨਹੀਂ ਹਟਣਾ, ਚਾਹੇ ਆਪਾਂ ਨੂੰ ਜੋ ਮਰਜ਼ੀ ਖਿਮਾਚਾ ਭੁਗਤਣਾ ਪੈ ਜੇ। ਦੇਖੋ, ਤੁਸੀਂ ਇਹ ਲੜਾਈਆਂ ਘਰਦਿਆਂ ਦੀ ਮਦਦ ਤੋਂ ਬਿਨਾਂ ਨਹੀਂ ਲੜ ਸਕਦੇ। ਤਾਂ ਮੈਂ ਬੜੀ ਰਿਸਪੈਕਟ ਕਰਦਾ ਮੇਰੀ ਵਾਈਫ ਦੀ, ਜਿਹੜੀ ਮੈਨੂੰ ਮੇਰਾ ਇੰਨਾ ਹੌਸਲਾ ਵਧਾਉਂਦੀ ਹੈ, ਜਿਹੜੀ ਅਜੇ ਤੱਕ ਪਿੱਛੇ ਨਹੀਂ ਹਟੀ। ਕਿਉਂਕਿ ਤੁਹਾਨੂੰ ਪਤਾ, ਬੰਦਾ ਆਪਦੇ ਘਰਦਿਆਂ ਤੇ ਨਹੀਂ ਕਸ਼ਟ ਦੁੱਖ ਦੇਖ ਸਕਦਾ। ਤੇ ਜੇ ਮੈਨੂੰ ਉਹੀ ਕਹਦੇ ਛੱਡ ਯਾਰ ਸਾਰਾ ਕੁਝ ਤੇਰੇ ਸੇਕ, ਤਾਂ ਹੁਣ ਘਰੇ ਪਹੁੰਚਣ ਲੱਗ ਗਿਆ, ਤਾਂ ਮੈਨੂੰ ਤਾਂ ਵਿਡਰੋ ਕਰਨਾ ਪੈਣਾ ਸੀ, ਹੈ ਨਾ ਜੀ। ਪਰ ਮੈਂ ਤੁਹਾਨੂੰ ਦੱਸਿਆ ਵੀ ਸੈਲਿਊਟ ਕਰਦਾ ਆਪਦੀ ਵਾਈਫ ਦੇ ਜਜ਼ਬੇ ਨੂੰ ਕਿ ਸੰਦੀਪ ਜੇ ਗਲਤ ਨਹੀਂ ਹੈਗੇ ਤਾਂ ਆਪਾਂ ਪਿੱਛੇ ਨਹੀਂ ਹਟਣਾ, ਚਾਹੇ ਕੁਛ ਵੀ ਆਪਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈ ਜੇ। ਤਾਂ ਬੰਦੇ ਆਈ ਹਾਰ ਜਾਂਦੇ ਆ ਸ਼ਾਇਦ ਜੀ, ਜਦੋਂ ਉਹਨਾਂ ਦੇ ਘਰ ਤੱਕ ਗੱਲਾਂ ਪਹੁੰਚ ਜਾਂਦੀਆਂ, ਉਹਨਾਂ ਦੇ ਘਰਦਿਆਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ, ਉਹਨਾਂ ਤੇ ਅਟੈਕ ਤੱਕ ਹੋ ਜਾਂਦੇ ਆ। ਬਿਲਕੁਲ। ਤਾਂ ਇਹ ਬੜੇ ਵੱਡੇ ਮਤਲਬ ਰੀਜ਼ਨ ਰਹਿੰਦੇ। ਜੋ ਤੁਹਾਡੇ ਤੇ ਹਮਲਾ ਹੋਇਆ ਫਿਰ ਸ਼ਰਾਬ ਮਾਫੀਆ ਕਰਕੇ ਹੋਇਆ ਸੀ? ਹਾਂ, ਸ਼ਰਾਬ ਮਾਫੀਆ ਕਰਕੇ ਹਮਲਾ ਹੋਇਆ ਸੀਗਾ ਜੀ। 219/2020 ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਦਰਜ ਹੈ। ਉਹਦੇ ਵਿੱਚ ਤੁਸੀਂ ਦੇਖੋ, ਪੁਲਿਸ ਨੇ ਇੱਕ ਵੀ ਬੰਦੇ ਨੂੰ ਅਰੈਸਟ ਨਹੀਂ ਕੀਤਾ। ਜਿਹੜਾ ਬੰਦਾ ਇਸ ਟਾਈਮ ਜੇਲ੍ਹ ਦੇ ਵਿੱਚ ਹੈ, ਉਹਨੂੰ ਵੀ ਅਰੈਸਟ ਨਹੀਂ ਕੀਤਾ। ਇੰਨੀਆਂ ਮਤਲਬ ਬਠਿੰਡਾ ਪੁਲਿਸ, ਦੇਖੋ ਮੈਂ ਵਾਰ-ਵਾਰ ਮੰਗ ਕੀਤੀ ਹੈ, ਲੋਕਾਂ ਨੂੰ ਕਈਆਂ ਨੂੰ ਸ਼ਾਇਦ ਬੁਰਾ ਲੱਗਿਆ ਹੋਵੇ, ਮੈਂ ਕਿਹਾ ਸੀ ਪੰਜਾਬ ਬਣਿਆ ਖਾਲਿਸਤਾਨ, ਬਠਿੰਡਾ ਬਣਿਆ ਤਾਲੀਬਾਨ। ਮੈਂ ਇਹ ਔਨ ਰਿਕਾਰਡ ਹੈ ਜੀ, ਮੈਂ DGP ਪੰਜਾਬ, ਚੀਫ ਸੈਕਟਰੀ ਪੰਜਾਬ, CM ਪੰਜਾਬ ਨੂੰ 3 ਤੋਂ 5 ਲੈਟਰਾਂ ਲਿਖ ਚੁੱਕਿਆ, ਜਿਹਦੇ ਵਿੱਚ ਮੈਂ ਮੰਗ ਕੀਤੀ ਹੈ ਕਿ ਬਠਿੰਡੇ ਦੇ ਵਿੱਚ ਹਿੰਦੁਸਤਾਨ ਦਾ ਸੰਵਿਧਾਨ ਲਾਗੂ ਕੀਤਾ ਜਾਵੇ।
ਇੱਥੇ ਲਾਗੂ ਨਹੀਂ ਇੱਥੇ ਲਾਗੂ ਹੀ ਨਹੀਂ ਜੀ। ਜੋ ਬਠਿੰਡਾ ਪੁਲਿਸ ਦਾ ਬਿਹੇਵੀਅਰ ਹੈ, ਜਿਵੇਂ ਇੰਸਪੈਕਟਰ ਰਵਿੰਦਰ ਸਿੰਘ ਭੀਟੀ ਵਰਗੇ ਐਂ ਖੁੱਲੇ ਆਮ ਤੁਰੇ ਫਿਰਦੇ ਹੈ, ਠੀਕ ਹੈ ਜੀ। ਜਿਵੇਂ ਗੁਰਜੀਤ ਸਿੰਘ ਰਮਾਣੇ ਵਰਗੇ ਇੱਕ ਸੀਐਮ ਨੇ ਸਟੇਟਮੈਂਟ ਦਿੱਤੀ ਹੋਵੇ, ਉਦੋਂ ਬਾਅਦ ਵੀ ਧੱਕੇ ਨਾਲ ਤੁਰਿਆ ਫਿਰਦਾ ਰਿਹਾ। ਜਦੋਂ ਮੈਂ ਕੰਪਲੇਂਟ ਕਰਤੀ ਚੀਫ ਸੈਕਟਰੀ ਪੰਜਾਬ ਨੂੰ ਤੇ ਉਹਦੀ ਸੈਕਟਰੀ ਹੋਮ ਕੋਲੇ ਇਨਕੁਆਇਰੀ ਚਲੀ ਗਈ, ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜਾ ਹੈਗਾ ਗੁਰਜੀਤ ਸਿੰਘ ਰਮਾਣੇ ਦਾ ਇਮੀਡੀਏਟਲੀ ਐਸਐਸਪੀ ਬਠਿੰਡਾ ਨੇ ਆਰਡਰ ਪਾਸ ਕਰਤਾ ਵੀ ਇਹਨੂੰ ਮੈਂ ਕੱਲ੍ਹ ਹੀ ਰਿਲੀਵ ਕਰਤਾ ਸੀਗਾ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਅਗਲੇ ਦਿਨ ਫਿਰ ਉਹ ਤਲਵੰਡੀ ਧਰਨੇ ਵਿੱਚ ਆਈਜੀ ਤੇ ਐਸਐਸਪੀ ਨਾਲ ਬੈਠਾ ਦੇਖਿਆ ਗਿਆ। ਮਤਲਬ ਹੈ ਕਿੱਥੇ ਸਿਸਟਮ? ਇੱਕ ਗੱਲ ਆਪਾਂ ਇੱਥੇ ਵੀ ਆ ਜਾਂਦੇ ਆ ਵੀ ਉਹਨੂੰ ਐਡਾ ਕੀ ਚੱਕਰ ਹੈ ਵੀ ਪੁਲਿਸ ਹੀ ਐਸਐਸਪੀ ਆਈਜੀ ਦੇ ਲੈਵਲ ਦੇ ਅਫਸਰ ਕਿ ਰਿਟਾਇਰ ਹੋਏ ਬੰਦੇ ਨੂੰ ਕਿਉਂ ਨਾਲ ਰੱਖ ਰਹੇ ਆ? ਦੇਖੋ ਕਮਾਊ ਪੁੱਤ ਬਹੁਤ ਘੱਟ ਲਾਉਂਦੇ ਇੱਕ ਜਿਹੜੀ ਕਰਪਸ਼ਨ ਹੈ ਨਾ ਜੀ, ਜਿਹੜਾ ਭ੍ਰਸ਼ਟਾਚਾਰ ਹੈ, ਜਿਹੜੇ ਲੀਡਰ ਤੇ ਅਫਸਰ ਹੁੰਦੇ ਆ ਨਾ, ਤੁਹਾਨੂੰ ਵੀ ਪਤਾ ਇਹਨਾਂ ਨੂੰ ਹੁੰਦਾ ਵੀ ਇਸ ਕੰਮ 'ਚ ਇਹਨੂੰ ਕਰੋੜ ਬਚਣਾ, ਇਹਦੇ 'ਚ ਇਹਨੂੰ 10 ਕਰੋੜ ਬਚਣਾ, ਇਹਦੇ 'ਚ ਇਹਨੂੰ 50 ਕਰੋੜ ਬਚਣਾ, ਪਰ ਉਹ ਆਪ 5 ਲੱਖ 10 ਲੱਖ 20 ਲੱਖ 'ਚ ਵਿਰ ਜਾਂਦੇ ਆ। ਠੀਕ ਹੈ, ਅਫਸਰ ਤੇ ਲੀਡਰਾਂ ਨੂੰ ਸੇਫ ਹੈਂਡ ਚਾਹੀਦੇ ਹੁੰਦੇ ਆ, ਠੀਕ ਹੈ ਨਾ ਜੀ, ਜਿਹੜਾ ਉਹਨਾਂ ਦਾ ਰੌਲਾ ਨਾ ਪਵੇ, ਉਹਨਾਂ ਦੀ ਛਵੀ ਖਰਾਬ ਨਾ ਹੋਵੇ। ਹੁਣ ਜਿਵੇਂ ਰਮਾਣੇ ਬਾਰੇ ਲੋਕਾਂ ਨੂੰ ਇਹ ਹੈ ਬੜਾ ਇਮਾਨਦਾਰ ਅਫਸਰ ਹੈ ਜੀ, ਬੜਾ ਆਪਣੇ ਆਪ, ਰਮਾਣੇ ਜਿੱਡਾ ਮਤਲਬ ਭ੍ਰਿਸ਼ਟ, ਰਮਾਣੇ ਜਿੱਡਾ ਡਰਪੋਕ, ਰਮਾਣੇ ਜਿੱਡਾ ਕਾਨੂੰਨ ਦਾ ਘੱਟ ਜਾਣਕਾਰ ਅਫਸਰ ਹੀ ਪੰਜਾਬ ਪੁਲਿਸ 'ਚ ਹੈ ਨਹੀਂ। ਮੈਨੂੰ ਅੱਜ ਤੱਕ ਤੁਸੀਂ 5 ਇਨਕੁਆਰੀਆਂ ਕੋਈ ਕੱਢ ਕੇ ਲਿਆ ਦਿਓ ਜਿਹਦੇ ਵਿੱਚ ਗੁਰਜੀਤ ਸਿੰਘ ਰਮਾਣੇ ਨੇ ਆਪ ਇਨਵੈਸਟੀਗੇਸ਼ਨਾਂ ਕੀਤੀਆਂ ਹੋਣ, ਪੂਰ ਚੜਾਈਆਂ ਹੋਣ। ਉਹ ਆਪਦੇ ਨਾਲ ਹਮੇਸ਼ਾ ਰੀਡਰ ਇੱਕ ਮਾਸਟਰ ਰੱਖਦਾ ਸੀ, ਸਿੰਗਲ ਇਨਵੈਸਟੀਗੇਸ਼ਨ ਨਹੀਂ ਅੱਜ ਤੱਕ ਖੁਦ ਤੋਂ ਹੋਈ। ਪੈਸੇ ਜਿਹਦੇ 'ਚ ਲੈਣੇ ਠੋਕ ਕੇ ਲੈਣੇ ਆ। ਮੈਨੂੰ ਦੱਸ ਤਾਂ ਦਿਓ, ਗੋਨਿਆਂ ਨੇ ਵਾਲੀ ਨਸ਼ੇ ਵਾਲੀ ਉਹ ਜਿਹੜਾ ਪਰਚਾ ਰੱਦ ਕੀਤਾ ਸੀ ਐਡਾ ਵੱਡਾ, ਕਿੱਧਰ ਗਿਆ ਕਾਂਡ ਉਹ? ਬਿਲਕੁਲ ਇਹਨੇ ਸ਼ਰਾਬ ਮਾਫੀਆ ਤੋਂ ਜਿਹੜੀ 11,000 ਪੇਟੀ ਦਾ ਚੋਣ ਕਮਿਸ਼ਨ ਨੇ ਪਰਚਾ ਦਰਜ ਕਰਵਾਇਆ ਸੀਗਾ, ਉਹ ਕਿੱਥੇ ਗਿਆ ਪਰਚਾ? ਇੱਕ ਆਮ ਸਿਪਾਹੀ ਤੋਂ ਜਿਹੜਾ ਡੀਐਸਪੀ ਬੰਦਾ ਬਣਿਆ, ਕਿਵੇਂ 3 ਕਿੱਲਿਆਂ ਵਿੱਚ ਫਰੀਦਕੋਟ ਕੋਟਕਪੂਰਾ ਰੋਡ ਤੇ ਕੋਠੀ ਪਾਈ ਜਾਂਦਾ? ਸਹੀ ਹੈ। ਇੱਕ ਆਮ ਜਿਹੜਾ ਇੰਸਪੈਕਟਰ ਹੈ, ਆਪਦੇ ਬੱਚੇ ਨੂੰ ਕਿਵੇਂ ਡਾਕਟਰ ਬਣਾ ਗਿਆ? ਉਹਦਾ ਬੇਟਾ ਕੋਈ ਉਹ ਸਕਾਲਰ ਨਹੀਂ ਹੈਗਾ, ਪੇਡ ਸੀਟ ਤੋਂ ਉਹਨੇ ਡਾਕਟਰੀ ਕੀਤੀ ਹੈ। ਮੇਰੇ ਕੋਲ ਤਾਂ ਕੱਲਾ ਚਿੱਠਾ ਜੀ, ਜਿਹੜੇ ਅਫਸਰ ਦਾ ਕੌਣ, ਲੀਡਰ ਦਾ ਕੋਈ ਚਿੱਠਾ ਕੱਢ ਕੇ ਫੜਾ ਦੂੰਗਾ ਤੁਹਾਨੂੰ। ਤਾਂ ਇਹ ਗੁਰਜੀਤ ਸਿੰਘ ਰਮਾਣੇ ਵਰਗੇ ਸੇਫ ਹੈਂਡ ਚਾਹੀਦੇ ਇਹਨਾਂ ਨੂੰ ਪੈਸੇ ਇਕੱਠੇ ਕਰਨ, ਲੀਡਰਾਂ ਨੂੰ ਤੇ ਅਫਸਰਾਂ ਨੂੰ। ਤਾਂ ਰਮਾਣਾ ਵੀ ਇੱਕ ਉਹ ਪਿਆਦਾ ਜਿਹਦੇ ਥਰੂ ਸੇਫ ਗੇਮ ਖੇਡੀ ਜਾਵੇ। ਤਾਂ ਗੱਲਬਾਤ ਕਾਫੀ ਲੰਮੀ ਹੋ ਗਈ ਆਪਣੀ, ਇਹਨੂੰ ਤਾਂ ਗੱਲਬਾਤ ਦੇ ਵਿੱਚੋਂ ਇਹੀ ਨਿਕਲ ਕੇ ਆਇਆ, ਗੱਲ ਸ਼ਰਾਬ ਮਾਫੀਆ ਤੋਂ ਸ਼ੁਰੂ ਹੋਈ ਸੀ, ਤਾਂ ਨਾਲ ਉਸ 'ਤੇ ਇਹ ਵੱਡੀ ਗੱਲ ਹੈ, ਕਿਉਂਕਿ ਅਸੀਂ ਇਕੱਲੇ ਲੀਡਰਾਂ ਦਾ ਕਹਿ ਦਿੰਦੇ ਹਾਂ, ਪਰ ਲੀਡਰਾਂ ਦੇ ਨਾਲ ਜਿਹੜੀ ਅਫਸਰਸ਼ਾਹੀ ਹੈ ਉਹ ਵੀ ਵੱਡੇ ਪੱਧਰ ਦੇ ਉੱਤੇ ਭ੍ਰਿਸ਼ਟ ਹੈ। ਅਤੇ ਲੀਡਰ ਨੂੰ ਜਿਵੇਂ ਇਹਨਾਂ ਨੇ ਦੱਸਿਆ ਕਿ ਭ੍ਰਿਸ਼ਟ ਕਰਨ ਦੇ ਵਿੱਚ ਉਹਦਾ ਬੜਾ ਵੱਡਾ ਯੋਗਦਾਨ ਹੈ। ਕੋਈ ਵੀ ਵਿਅਕਤੀ ਨਵਾਂ ਚੁਣ ਕੇ ਜਾਂਦਾ ਹੈ ਤਾਂ ਉਹਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਲੂਪ ਹੋਲ ਹੈ, ਕਿੱਥੋਂ ਅਸੀਂ ਜਿਹੜਾ ਖਜ਼ਾਨਾ ਲੁੱਟ ਸਕਦੇ ਹਾਂ। ਤਾਂ ਉਹ ਅਫਸਰਸ਼ਾਹੀ ਦੱਸਦੀ ਹੈ ਕਿ ਆਸ ਤਰੀਕੇ ਦੇ ਨਾਲ ਐਂ ਪੈਸੇ ਬਣ ਸਕਦੇ ਆ। ਤਾਂ ਪੱਕੀ ਸਰਕਾਰ ਕਿਹਾ ਜਾਂਦਾ, ਕਿਉਂਕਿ ਜਿਹੜੀਆਂ ਸਰਕਾਰਾਂ ਜਿਹੜੀਆਂ ਅਸਲ ਦੇ ਵਿੱਚ ਤਾਂ ਲੋਕਤੰਤਰ ਦੇ ਵਿੱਚ ਜੋ ਸਾਡੇ ਚੁਣੇ ਨੁਮਾਇੰਦੇ ਆ ਉਹ ਉੱਤੇ ਹੁੰਦੇ ਆ, ਪਰ ਜਿਹੜੀ ਸਾਡੀ ਅਫਸਰਸ਼ਾਹੀ ਹੈ ਇਹ ਬਦਲਦੀ ਨਹੀਂ, ਕਿਉਂਕਿ ਇਹਦੀ 60 ਸਾਲ ਤੱਕ ਹਰੇਕ ਦੀ ਉਮਰ ਹੈ। ਅਤੇ ਪਰ ਇਹ ਉਮਰ ਇਹਦੀ ਬਹੁਤ ਲੰਮੀ ਹੁੰਦੀ ਹੈ, ਕਿਉਂਕਿ ਇਹਨਾਂ ਦੇ ਰੂਪ ਬਦਲਦੇ ਰਹਿੰਦੇ ਆ। ਅੱਜ ਹੋਰ ਹੈ, ਕੱਲ੍ਹ ਹੋਰ ਹੈ, ਲੀਡਰ ਬਦਲ ਜਾਂਦੇ ਆ। 5 ਸਾਲਾਂ 10 ਸਾਲਾਂ 20 ਸਾਲਾਂ ਦੇ ਵਿੱਚ ਲੀਡਰ ਦੀ ਇੱਕ ਮਿਆਦ ਹੈ, ਪਰ ਪੱਕੀ ਸਰਕਾਰ ਦੀ ਕੋਈ ਮਿਆਦ ਨਹੀਂ, ਇਹ ਲਗਾਤਾਰ ਚੱਲਦੀ ਰਹਿੰਦੀ ਹੈ। ਅਤੇ ਜਿਸ ਦੇ ਕਰਕੇ ਜਿਹੜੀ ਕਰਪਸ਼ਨ ਹੈ ਉਹ ਵੱਡੇ ਪੱਧਰ 'ਤੇ ਹੋ ਰਹੀ ਹੈ। ਪੰਜਾਬ ਦੇ ਵਿੱਚ ਜੋ ਇਹਨਾਂ ਨੇ ਖੁਲਾਸੇ ਕੀਤੇ ਹੈ ਕਿ ਕਿਵੇਂ ਅਫਸਰ ਭ੍ਰਿਸ਼ਟਾਚਾਰ ਕਰਦੇ ਆ, ਆਪਣੇ ਆਕਾਵਾਂ ਨੂੰ ਖੁਸ਼ ਕਰਦੇ ਆ ਅਤੇ ਆਪ ਵੀ ਮਾਲ ਖਾਂਦੇ ਆ, ਅਤੇ ਜਿਹੜਾ ਕੋਈ ਇਹਨਾਂ ਦੀ ਗੱਲਬਾਤ ਕਰਦਾ ਹੈ, ਕੋਈ ਵਿਸਲ ਬਲੋਅਰ ਬਣਦਾ ਹੈ, ਤਾਂ ਉਹਨੂੰ ਕਿਸ ਤਰੀਕੇ ਦੇ ਨਾਲ ਦਬਾਉਂਦੇ ਆ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ TV ਬਠਿੰਡਾ।